ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਅਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਜਾਂ ਸੀਟੈਟ ਦੇ ਐਗਜ਼ਾਮ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਵਿੱਚ ਆਪਣੀ ਈਵੀਐਸ ਨੂੰ ਹੀ ਕੰਟੀਨਿਊ ਕਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਈਵੀਐਸ ਤੇ ਹੁਣ ਮੇਨ ਫੋਕਸ ਕਰ ਰਹੇ ਹਾਂ, ਚਾਹੇ ਈਵੀਐਸ ਦੀ ਥਿਊਰੀ ਹੋਵੇ ਚਾਹੇ ਈਵੀਐਸ ਦੀ ਪੈਡਾਗੋਜੀ ਹੋਵੇ, ਦੋਨੋਂ ਹੀ ਸਾਡੀਆਂ ਕੰਟੀਨਿਊ ਨੇ। ਸੋ ਇਸ ਤੋਂ ਪਹਿਲਾਂ ਇਹ ਵਾਲੇ ਪਾਰਟ ਤੋਂ ਪਹਿਲਾਂ ਅਸੀਂ ਆਪਣੇ 18 ਪਾਰਟ ਇਹਦੇ ਕਵਰ ਕਰ ਚੁੱਕੇ ਹਾਂ। ਅਗਰ ਤੁਸੀਂ 18 ਪਾਰਟ ਨਹੀਂ ਦੇਖੇ, ਡਾਇਰੈਕਟ ਕੋਈ ਸਟੂਡੈਂਟ ਇਹ ਵਾਲਾ ਪਾਰਟ ਦੇਖ ਰਿਹਾ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਕਹ ਲਓ ਵੀਡੀਓਜ਼ ਦਾ ਲਿੰਕ ਆ ਰਿਹਾ ਹੋਏਗਾ, ਉਹ ਪਾਰਟ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਅਸੀਂ ਇਨਵਾਇਰਨਮੈਂਟ ਜਿਹੜਾ ਹੈਗਾ ਉਹਨੂੰ ਸਟਾਰਟ ਕੀਤਾ ਹੋਇਆ ਹੈਗਾ। ਸੋ ਸਾਡਾ ਜੋ 17ਵਾਂ 18ਵਾਂ ਪਾਰਟ ਹੈ ਜੀ ਉਹ ਇਨਵਾਇਰਨਮੈਂਟ ਨਾਲ ਹੀ ਰਿਲੇਟਡ ਹੈ। ਸਿਮਿਲਰਲੀ ਅੱਜ ਦਾ ਸਾਡਾ 19ਵਾਂ ਪਾਰਟ ਵੀ ਇਨਵਾਇਰਨਮੈਂਟ ਨਾਲ ਹੀ ਰਿਲੇਟਡ ਰਹੂਗਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫੂਡ ਹੋ ਗਿਆ, ਭੋਜਨ, ਪਾਣੀ ਹੋ ਗਿਆ ਜੀ, ਇਨਵਾਇਰਨਮੈਂਟ ਹੋ ਗਿਆ। ਸੋ ਇਦਾਂ ਦੇ ਟੌਪਿਕ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਵੇਟੇਜ ਰਹਿੰਦੀ ਹੈ ਈਵੀਐਸ ਦੇ ਵਿੱਚ, ਪੇਪਰ ਦੇ ਵਿੱਚ ਕੁਐਸਚਨ ਆਉਂਦੀ ਹੈ ਐਮਸੀਕਿਊ ਦੀ। ਜਿਵੇਂ ਆਪਣੇ ਪਹਿਲੇ 3 ਪਾਰਟ ਫੂਡ ਤੇ ਸੀ, ਉਸ ਤੋਂ ਅਗਲੇ 3 ਵਾਟਰ ਤੇ ਸੀ। ਹੁਣ ਇਸੇ ਤਰੀਕੇ ਨਾਲ ਆਪਣੇ 3 ਤੋਂ 4 ਪਾਰਟ ਜਿਹੜੇ ਹੈਗੇ ਨੇ ਉਹ ਸਪੈਸ਼ਲੀ ਜਿਹੜਾ ਹੈਗਾ ਇਨਵਾਇਰਨਮੈਂਟ ਦੇ ਨਾਲ ਰਿਲੇਟਡ ਰਹਿਣਗੇ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਬੜੇ ਇੰਪੋਰਟੈਂਟ ਕੰਸੈਪਟ ਕਵਰ ਕਰਾਂਗੇ, ਜਿਸ ਤਰੀਕੇ ਨਾਲ ਇਕੋਲੋਜੀ ਕੀ ਹੁੰਦੀ ਹੈ ਜੀ, ਇਕੋਸਿਸਟਮ ਕੀ ਹੁੰਦਾ ਹੈਗਾ। ਸੋ ਇਦਾਂ ਦੇ ਕਾਫੀ ਕੁਐਸਚਨ ਅਸੀਂ ਕਵਰ ਕਰਾਂਗੇ, ਬਾਇਓਸਫੀਅਰ ਵਗੈਰਾ। ਸੋ ਛੋਟੀਆਂ-ਛੋਟੀਆਂ ਟਰਮਸ ਨੇ, ਇੱਕ ਦੂਸਰੇ ਨਾਲ ਕਨਫਿਊਜ਼ ਹੋ ਜਾਂਦੇ ਹੋ ਕਈ ਵਾਰ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਥੋੜੀ ਜਿਹੀ ਕਨਫਿਊਜ਼ਨ ਰਹਿੰਦੀ ਹੈ, ਉਹ ਸਾਰੀ ਕਨਫਿਊਜ਼ਨ ਇੱਥੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਇਕੋਲੋਜੀ। ਸੋ ਇਹਨੂੰ ਪੰਜਾਬੀ ਦੇ ਵਿੱਚ ਬੋਲਾਂਗੇ ਪਰਿਆਵਰਨ ਪ੍ਰਬੰਧ। ਪਰਿਆਵਰਨ ਸ਼ਬਦ ਵਾਤਾਵਰਨ ਨਾਲ ਹੀ ਰਿਲੇਟਡ ਹੈਗਾ। ਸਭ ਤੋਂ ਪਹਿਲਾਂ ਇਕੋਲੋਜੀ ਜੋ ਇਹ ਵਾਲੀ ਟਰਮ ਹੈ ਇਹ ਕਿਹਨੇ ਕੁਆਇਨ ਕੀਤੀ ਹੈ ਨਾ, ਕਿਹਨੇ ਲੱਭੀ? ਸਭ ਤੋਂ ਪਹਿਲਾਂ ਤਾਂ ਇਹ ਉਹਨਾਂ ਦੀ ਪਿਕਚਰ ਹੈ ਜੀ, ਉਹਨਾਂ ਦਾ ਨਾਮ ਸੀਗਾ ਅਰਨਸਟ ਹੈਕਲ। ਠੀਕ ਹੈ, ਅਰਨਸਟ ਹੈਕਲ। ਠੀਕ ਹੈ, ਤੁਸੀਂ ਯਾਦ ਰੱਖਣਾ, ਬੜਾ ਇੰਪੋਰਟੈਂਟ ਨਾਮ ਹੈ ਇਹ। ਇਥੋਂ ਕੁਐਸਚਨ ਆਪਾਂ ਨੂੰ ਪੇਪਰਾਂ ਦੇ ਵਿੱਚ ਬਣੇ ਹੋਏ ਨੇ। ਜਿਵੇਂ ਮੈਂਡਲ ਕਾਫੀ ਇੰਪੋਰਟੈਂਸ ਹੈ, ਜੋ ਹੈਰੀਡਿਟੀ ਨਾਲ ਰਿਲੇਟਡ ਹੈ, ਜੈਨੇਟਿਕਸ ਨਾਲ ਰਿਲੇਟਡ ਹੈ। ਸਿਮਿਲਰਲੀ ਜੋ ਅਰਨਸਟ ਹੈਕਲ ਨੇ ਇਹ ਆਪਣੇ ਇਕੋਲੋਜੀ ਨਾਲ ਰਿਲੇਟਡ ਨੇ, ਪਰਿਆਵਰਨ ਪ੍ਰਬੰਧ ਦੇ ਨਾਲ ਰਿਲੇਟਡ ਨੇ। ਇਸ ਤੋਂ ਬਾਅਦ ਇਹਦੀ ਡੈਫੀਨੇਸ਼ਨ ਕੀ ਹੈ, ਇਹ ਹੁੰਦੀ ਕੀ ਹੈ, ਉਹਨੂੰ ਆਪਾਂ ਦੇਖਦੇ ਹਾਂ। ਸੋ ਇਟ ਡੀਲਸ ਵਿਦ ਦ ਰਿਲੇਸ਼ਨਸ਼ਿਪ ਆਫ ਵੇਰੀਅਸ ਆਰਗੇਨਿਜ਼ਮਸ ਵਿਦ देयर ਇਨਵਾਇਰਨਮੈਂਟ। ਕਹਿੰਦੇ ਇਹ ਵੱਖ-ਵੱਖ ਜੀਵਾਂ ਦੇ ਉਹਨਾਂ ਦੇ ਵਾਤਾਵਰਣ ਨਾਲ ਸੰਬੰਧ ਦੱਸਦਾ ਹੈ। ਤਾਂ ਦੋ ਚੀਜ਼ਾਂ ਦੀ ਇੱਥੇ ਗੱਲ ਹੋਈ ਹੈ, ਇੱਕ ਤਾਂ ਆਰਗੇਨਿਜ਼ਮ ਦੀ ਗੱਲ ਹੋਈ ਹੈ। ਆਰਗੇਨਿਜ਼ਮ ਦਾ ਮਤਲਬ ਜੀਵ, ਮਤਲਬ ਕੋਈ ਵੀ ਲਿਵਿੰਗ ਆਰਗੇਨਿਜ਼ਮ। ਠੀਕ ਹੈ, ਕੋਈ ਵੀ ਹੋ ਸਕਦਾ, ਉਹ ਚਾਹੁੰਦਾ ਜੀਵ, ਸੰਜੀਵ ਵਸਤੂਆਂ, ਅਸੰਜੀਵ ਜੀਵ, ਉਹਨਾਂ ਦੀ ਗੱਲ ਕੀਤੀ ਹੈ। ਇੱਕ ਉਹਨਾਂ ਦਾ ਇਨਵਾਇਰਨਮੈਂਟ। ਇਨਵਾਇਰਨਮੈਂਟ ਤੋਂ ਮੇਰਾ ਭਾਵ ਇੱਥੇ ਵਾਤਾਵਰਨ, ਪੰਜਾਬੀ ਵਾਲੇ ਸਟੂਡੈਂਟ ਲਿਖ ਸਕਦੇ ਨੇ ਵਾਤਾਵਰਨ। ਸੋ ਇਕੋਲੋਜੀ ਇੱਕ ਤਰ੍ਹਾਂ ਦੀ ਬ੍ਰਾਂਚ ਹੈ, ਇਦਾਂ ਬੋਲ ਲਓ, ਜੋ ਕਿ ਸਾਨੂੰ ਵੇਰੀਅਸ ਲਿਵਿੰਗ ਆਰਗੇਨਿਜ਼ਮ ਦੇ, ਵੱਖ-ਵੱਖ ਜੀਵਾਂ ਦੇ ਵਾਤਾਵਰਣ ਨਾਲ ਰਿਲੇਸ਼ਨਾਂ ਬਾਰੇ ਦੱਸਦੀ ਹੈ ਨਾ, ਕਿ ਕਿਸ ਤਰੀਕੇ ਨਾਲ ਸਾਰੇ ਜੀਵ ਵਾਤਾਵਰਣ ਤੇ ਡਿਪੈਂਡ ਨੇ। ਠੀਕ ਹੈ, ਕਿਸ ਤਰੀਕੇ ਨਾਲ ਇਹ ਸਾਰਾ ਚੱਕਰ ਚੱਲਦਾ ਹੈਗਾ। ਸੋ ਉਹਦੀ ਸਟੱਡੀ ਨੂੰ ਅਸੀਂ ਬੋਲਦੇ ਹਾਂ ਇਕੋਲੋਜੀ। ਸੋ ਦੋ ਚੀਜ਼ਾਂ ਅਸੀਂ ਕਵਰ ਕੀਤੀਆਂ। ਸਭ ਤੋਂ ਪਹਿਲਾਂ ਤਾਂ ਇਹ ਟਰਮ ਕਿਸਨੇ ਲੱਭੀ, ਉਹਨਾਂ ਦਾ ਨਾਮ ਹੈਗਾ ਅਰਨਸਟ ਹੈਕਲ। ਠੀਕ ਹੈ, ਤੇ ਇਹਦੀ ਡੈਫੀਨੇਸ਼ਨ ਕੀ ਹੈ, ਦੋਨੋਂ ਹੀ ਕੁਐਸਚਨ ਪੇਪਰ ਦੇ ਵਿੱਚ ਆਏ ਹੋਏ ਨੇ, ਕਿ ਰਿਲੇਸ਼ਨਸ਼ਿਪ ਹੈ ਕਾਹਦਾ ਆਰਗੇਨਿਜ਼ਮ ਦਾ ਉਹਨਾਂ ਦੇ ਇਨਵਾਇਰਨਮੈਂਟ ਨਾਲ, ਜੀਵਾਂ ਦਾ ਉਹਨਾਂ ਦੇ ਵਾਤਾਵਰਣ ਦੇ ਨਾਲ। ਹਾਂਜੀ, ਨੈਕਸਟ ਅਸੀਂ ਗੱਲ ਕਰਨੀ ਹੈ ਇੱਥੇ ਇਕੋਲੋਜੀਕਲ ਹਾਇਰਾਰਕੀ ਦੀ, ਮਤਲਬ ਪਰਿਸਥਿਤਿਕ ਮੰਡਲ ਦੀ। ਸੋ ਹਾਇਰਾਰਕੀ ਨੂੰ ਅਸੀਂ ਕਈ ਵਾਰ ਲੜੀ ਵੀ ਬੋਲ ਦਿੰਦੇ ਹਾਂ। ਸੋ ਇੱਥੇ ਅਸੀਂ ਸ਼ਬਦ ਦੇ ਲਈ ਵਰਤਿਆ ਹੈਗਾ ਮੰਡਲ। ਠੀਕ ਹੈ ਜੀ। ਸੋ ਹੁਣ ਇਕੋਲੋਜੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਆਰਗੇਨਿਜ਼ਮ ਆਪਣੇ ਵਾਤਾਵਰਣ ਤੇ ਕਿਸ ਤਰ੍ਹਾਂ ਡਿਪੈਂਡ ਨੇ, ਸਾਰਾ ਕੁਝ ਅਸੀਂ ਪੜ੍ਹਨਾ ਹੁੰਦਾ ਹੈਗਾ। ਠੀਕ ਹੈ, ਸੋ ਇਨਵਾਇਰਨਮੈਂਟ ਵੀ ਆ ਗਏ, ਇਹਦੇ ਵਿੱਚ ਆਰਗੇਨਿਜ਼ਮ ਵੀ ਆ ਗਏ। ਹੁਣ ਇੱਕ ਨਾ ਲੜੀ ਬਣਦੀ ਹੁੰਦੀ ਹੈ, ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ। ਫਿਰ ਉਹਨਾਂ ਦੇ ਵਿੱਚੋਂ ਆਪਾਂ ਇੱਕ ਇੱਕ ਕਰਕੇ ਬਹੁਤ ਹੀ ਇੰਪੋਰਟੈਂਟ ਜਿਹੜੇ ਟੌਪਿਕ ਨੇ ਉਹ ਪੜਾਂਗੇ, ਜਿਸ ਤਰੀਕੇ ਨਾਲ ਇਕੋਸਿਸਟਮ ਹੋ ਗਿਆ, ਬਾਇਓਸਫੀਅਰ ਹੋ ਗਿਆ। ਇਹ ਦੋਨੇ ਬੜੇ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਨੇ। ਹੁਣ ਧਿਆਨ ਨਾਲ ਇਹਨੂੰ ਪੂਰਾ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਨਾਲ ਦੀ ਨਾਲ ਮੈਂ ਪੰਜਾਬੀ ਲਿਖ ਲੂੰਗਾ, ਤਾਂ ਪੰਜਾਬੀ ਵਾਲੇ ਸਟੂਡੈਂਟ ਨਾਲ ਦੀ ਨਾਲ ਨੋਟ ਵੀ ਕਰ ਸਕਦੇ ਹੋ। ਸੋ ਇੱਥੋਂ ਆਪਾਂ ਨੂੰ ਕੁਐਸਚਨ ਬਣੇ ਹੋਏ ਆ ਜੀ, ਇਹ ਨਹੀਂ ਕਿ ਮੈਂ ਕੋਈ ਆਪਣੇ ਕੋਲੋਂ ਕਰਵਾ ਰਿਹਾ। ਸੋ ਪ੍ਰੋਪਰ ਪੇਪਰਾਂ ਨੂੰ ਸਟੱਡੀ ਕਰਕੇ ਉਹੀ ਟੌਪਿਕ ਪਿਕ ਕੀਤੇ ਗਏ ਨੇ ਜ਼ਿਆਦਾਤਰ, ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਬਣੇ ਹੋਏ ਆ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਡੀਵਿਜੂਅਲ ਆਰਗੇਨਿਜ਼ਮ ਦੀ। ਸੋ ਇੰਡੀਵਿਜੂਅਲ ਦਾ ਮਤਲਬ ਹੁੰਦਾ ਜੀ ਇਕੱਲਾ। ਠੀਕ ਹੈ, ਇਕੱਲਾ ਜੀਵ। ਸੋ ਸਭ ਤੋਂ ਪਹਿਲਾਂ ਗੱਲ ਸਟਾਰਟ ਹੁੰਦੀ ਹੈ ਬਿਲਕੁਲ ਇਕੱਲੇ ਜੀਵ ਤੋਂ, ਹੈ ਨਾ। ਕੋਈ ਵੀ ਇੱਕ ਆਰਗੇਨਿਜ਼ਮ ਹੈ ਉਹ ਬਿਲਕੁਲ ਇਕੱਲਾ ਹੈਗਾ। ਠੀਕ ਹੈ ਜੀ, ਉਹ ਆਪਣੇ ਆਪ ਆਪਣੀਆਂ ਸਾਰੀਆਂ ਕਿਰਿਆਵਾਂ ਕਰ ਸਕਦਾ ਹੈਗਾ, ਪ੍ਰੋਪਰ ਕਿਸੇ ਤੇ ਡਿਪੈਂਡ ਨਹੀਂ ਹੈਗਾ। ਸੋ ਉੱਥੋਂ ਗੱਲ ਸਟਾਰਟ ਕਰਾਂਗੇ ਇੰਡੀਵਿਜੂਅਲ ਆਰਗੇਨਿਜ਼ਮ ਤੋਂ। ਠੀਕ ਹੈ, ਇਕੱਲੇ ਜੀਵ ਤੋਂ। ਉਸ ਤੋਂ ਬਾਅਦ ਬਣਦੀ ਹੈ ਜੀ ਪਾਪੂਲੇਸ਼ਨ। ਠੀਕ ਹੈ, ਪਾਪੂਲੇਸ਼ਨ ਨੂੰ ਵੈਸੇ ਅਸੀਂ ਆਮ ਭਾਸ਼ਾ ਦੇ ਵਿੱਚ ਦੇਖੋ ਆਬਾਦੀ ਬੋਲ ਦਿੰਦੇ ਹਾਂ।
ਆਬਾਦੀ ਅਸੀਂ ਬੋਲ ਦਿੰਦੇ ਹਾਂ, ਇਹਦੇ ਲਈ ਇੱਕ ਟਰਮ ਯੂਜ਼ ਕਰਦੇ ਹਾਂ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ। ਪਾਪੂਲੇਸ਼ਨ ਦਾ ਮਤਲਬ ਆਬਾਦੀ, ਪਰ ਇੱਥੇ ਧਿਆਨ ਨਾਲ ਸਮਝਿਓ ਪਾਪੂਲੇਸ਼ਨ ਦਾ ਐਗਜ਼ੈਕਟ ਇਹਦੀ ਡੈਫੀਨੇਸ਼ਨ ਹੈ ਕੀ ਹੈ, ਇਸ ਕੇਸ ਦੇ ਵਿੱਚ ਇਹਦਾ ਮੀਨਿੰਗ ਕੀ ਹੈ। ਸੋ ਪਾਪੂਲੇਸ਼ਨ ਦਾ ਮਤਲਬ ਇਹ ਹੈ ਜੀ ਕਿ ਮਤਲਬ ਇੱਕੋ ਜਾਤੀ ਦੇ, ਹਨਾ, ਸੇਮ ਸਪੀਸੀਜ਼ ਇੱਕੋ ਜਾਤੀ ਦੀਆਂ, ਠੀਕ ਹੈ, ਇੱਕੋ ਪ੍ਰਜਾਤੀ। ਸਪੀਸੀਜ਼ ਦਾ ਮਤਲਬ ਇੱਥੇ ਦੁਬਾਰਾ ਫਿਰ ਸਮਝੋ, ਸਪੀਸੀਜ਼ ਦਾ ਮਤਲਬ ਪ੍ਰਜਾਤੀ ਹੁੰਦੀ ਹੈ, ਜਿਵੇਂ ਆਪਣੇ ਹਿਊਮਨ ਆਪਾਂ ਮਨੁੱਖ ਹਾਂ ਤੇ ਆਪਣੀ ਇੱਕ ਪ੍ਰਜਾਤੀ ਹੈ, ਠੀਕ ਹੈ। ਸਿਮਿਲਰਲੀ ਜੋ ਦੂਸਰੇ ਜੀਵ ਨੇ ਉਹਨਾਂ ਦੀ ਅਲੱਗ ਪ੍ਰਜਾਤੀ ਹੈ। ਸੋ ਸਪੀਸੀਜ਼ ਦਾ ਮਤਲਬ ਹੁੰਦਾ ਜੀ ਪ੍ਰਜਾਤੀ। ਸੋ ਸੇਮ ਸਪੀਸੀਜ਼ ਮਤਲਬ ਇੱਕੋ ਪ੍ਰਜਾਤੀ ਦੇ, ਠੀਕ ਹੈ, ਜਦੋਂ ਕਾਫੀ ਆਰਗੇਨਿਜ਼ਮ ਜਿਹੜੇ ਹੈਗੇ ਨੇ ਉਹ ਇਕੱਠੇ ਹੋ ਜਾਂਦੇ ਨੇ ਇਨ ਦਾ ਸੇਮ ਏਰੀਆ, ਕਿਸੇ ਏਰੀਆ ਦੇ ਵਿੱਚ, ਏਰੀਆ ਹੁੰਦਾ ਖੇਤਰ, ਤਾਂ ਉਦੋਂ ਅਸੀਂ ਬੋਲ ਦਾਂਗੇ ਉਹਨੂੰ ਕੀ ਬੋਲਾਂਗੇ, ਪਾਪੂਲੇਸ਼ਨ। ਆਪਾਂ ਕਹਿੰਦੇ ਨਹੀਂ ਕਿ ਇੱਥੇ ਪਾਪੂਲੇਸ਼ਨ ਬੜੀ ਜ਼ਿਆਦਾ, ਇੱਥੇ ਪਾਪੂਲੇਸ਼ਨ ਬੜੀ ਘੱਟ ਹੈ, ਜਿਵੇਂ ਆਪਣੇ ਪਿੰਡਾਂ ਦੀ ਸ਼ਹਿਰਾਂ ਦੀ ਪਾਪੂਲੇਸ਼ਨ ਹੁੰਦੀ ਹੈ, ਠੀਕ ਹੈ ਜੀ। ਜਿਵੇਂ ਇੱਕੋ ਸਪੀਸੀਜ਼ ਦੇ, ਜਿਵੇਂ ਮਨੁੱਖ ਦੀ ਆਪਾਂ ਐਗਜ਼ਾਮਪਲ ਲਈਏ ਤਾਂ ਮਨੁੱਖ ਲਗਾ ਲਓ, ਸੇਮ ਸਪੀਸੀ ਹੋਵੇ, ਠੀਕ ਹੈ। ਪਾਪੂਲੇਸ਼ਨ ਆਪਾਂ ਇੱਕੋ ਸਪੀਸੀਜ਼ ਨੂੰ ਬੋਲਾਂਗੇ, ਉਹਦੇ ਲਈ ਵਰਡ ਯੂਜ਼ ਕਰਾਂਗੇ, ਜਿਵੇਂ ਆਪਣੀ ਹਿਊਮਨ ਦੀ ਇੱਕ ਅਲੱਗ ਪਾਪੂਲੇਸ਼ਨ ਹੈ, ਸੇਮ ਸਪੀਸੀਜ਼ ਦੇ ਜਦੋਂ ਲੋਕ ਆਰਗੇਨਿਜ਼ਮ ਹੋਣ, ਠੀਕ ਹੈ, ਕਿਸੇ ਖਾਸ ਏਰੀਆ ਦੇ ਵਿੱਚ, ਕਿਸੇ ਗਿਵਨ ਏਰੀਆ ਦੇ ਵਿੱਚ, ਤਾਂ ਅਸੀਂ ਉਦੋਂ ਕਹਾਂਗੇ ਕੀ ਬਣ ਗਈ, ਪਾਪੂਲੇਸ਼ਨ। ਪਾਪੂਲੇਸ਼ਨ ਤੋਂ ਬਾਅਦ ਗੱਲ ਬਾਰੀ ਆਉਂਦੀ ਹੈ ਜੀ ਕਮਿਊਨਿਟੀ ਦੀ। ਇਹਨੂੰ ਅਸੀਂ ਆਮ ਸ਼ਬਦਾਂ ਦੇ ਵਿੱਚ, ਠੀਕ ਹੈ, ਆਮ ਬੋਲਚਾਲ ਦੇ ਵਿੱਚ ਇਹਨੂੰ ਕੀ ਬੋਲਦੇ ਹਾਂ, ਭਾਈਚਾਰਾ, ਠੀਕ ਹੈ। ਬੜਾ ਆਪਾਂ ਬੋਲਦੇ ਹਾਂ ਕਮਿਊਨਿਟੀ, ਹਨਾ, ਇਦਾਂ ਦੇ ਸ਼ਬਦ ਬਹੁਤ ਵਰਤਦੇ ਹਾਂ ਅਸੀਂ। ਸੋ ਇਹਦੇ ਵਿੱਚ ਕੀ ਹੁੰਦਾ ਜੀ, ਕਮਿਊਨਿਟੀ ਦੇ ਵਿੱਚ ਕੀ ਆ ਜਾਂਦਾ ਕਿ ਜੋ ਹੁਣ ਨਾ ਡਿਫਰੈਂਟ ਸਪੀਸੀਜ਼ ਵੀ ਆ ਜਾਣਗੀਆਂ ਇਹਦੇ ਵਿੱਚ, ਹਨਾ, ਡਿਫਰੈਂਟ। ਦੁਬਾਰਾ ਫਿਰ ਧਿਆਨ ਦਿਓ, ਦੇਖੋ ਛੋਟੀਆਂ ਛੋਟੀਆਂ ਚੀਜ਼ਾਂ ਨੇ, ਕਾਈਂਡਲੀ ਇਹਨਾਂ ਨੂੰ ਨੋਟ ਕਰਦੇ ਜਾਓ, ਬੜੀਆਂ ਇੰਪੋਰਟੈਂਟ ਨੇ ਪੇਪਰ ਦੇ ਲਈ। ਸੋ ਜਦੋਂ ਡਿਫਰੈਂਟ, ਇੱਥੇ ਸ਼ਬਦ ਲਿਖਿਆ ਮੈਂ ਡਿਫਰੈਂਟ, ਸੋ ਜਦੋਂ ਡਿਫਰੈਂਟ ਸਪੀਸੀਜ਼, ਠੀਕ ਹੈ, ਡਿਫਰੈਂਟ ਸਪੀਸੀਜ਼ ਇਨ ਦਾ ਏਰੀਆ, ਇਨ ਦਾ ਗਿਵਨ ਏਰੀਆ, ਏਰੀਆ ਉਹੀ ਹੈ ਕਿਸੇ ਖਾਸ ਇਲਾਕੇ ਦੇ ਵਿੱਚ, ਹਨਾ, ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚ ਜਦੋਂ ਡਿਫਰੈਂਟ ਸਪੀਸੀਜ਼ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਉਹ ਇਕੱਠੀਆਂ ਹੋ ਜਾਂਦੀਆਂ ਨੇ, ਤਾਂ ਇਹਨੂੰ ਅਸੀਂ ਬੋਲਦੇ ਹਾਂ ਕਮਿਊਨਿਟੀ। ਮਤਲਬ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਪਾਪੂਲੇਸ਼ਨ ਤੋਂ ਇੱਕ ਵੱਡੀ ਟਰਮ ਆ ਗਈ, ਠੀਕ ਹੈ। ਪਾਪੂਲੇਸ਼ਨ ਛੋਟੀ ਸੀ, ਕਮਿਊਨਿਟੀ ਕੀ ਹੈ, ਇੱਕ ਤਰ੍ਹਾਂ ਦੀ ਵੱਡੀ ਟਰਮ ਆ ਗਈ। ਇਦਾਂ ਸਮਝੋ, ਦੋਨਾਂ 'ਚ ਫਰਕ ਇਹ ਹੈ, ਪਾਪੂਲੇਸ਼ਨ ਦੇ ਵਿੱਚ ਤਾਂ ਸਪੀਸੀਜ਼ ਸੇਮ ਹੋਣੀ ਚਾਹੀਦੀ ਹੈ, ਜਿਵੇਂ ਆਪਾਂ ਹਿਊਮਨ ਹੈ ਤਾਂ ਉਹ ਅਲੱਗ ਸਪੀਸੀ ਹੈ ਨਾ, ਸੇਮ ਸਪੀਸੀ ਨੂੰ ਬੋਲਦੇ ਹਾਂ ਅਸੀਂ ਪਾਪੂਲੇਸ਼ਨ, ਇੱਕੋ ਪ੍ਰਜਾਤੀ ਨੂੰ। ਤੇ ਕਮਿਊਨਿਟੀ ਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ, ਡਿਫਰੈਂਟ ਸਪੀਸੀਜ਼ ਲੈ ਲੈਂਦੇ ਹਾਂ। ਜਿਵੇਂ ਦੇਖੋ, ਇੱਕ ਤਾਂ ਹਿਊਮਨ ਦੀ ਸਪੀਸੀਜ਼ ਹੋ ਗਈ, ਜਿਵੇਂ ਇੱਕ ਫॉर ਐਗਜ਼ਾਮਪਲ ਡੋਮੈਸਟਿਕ ਕੈਟ ਦੀ ਹੋ ਗਈ, ਹਨਾ। ਸੋ ਡਿਫਰੈਂਟ ਸਪੀਸੀਜ਼ ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈਗਾ, ਤਾਂ ਉਹ ਆ ਗਿਆ, ਥੋੜਾ ਜਿਹਾ ਵੱਡੀ ਟਰਮ ਆ ਗਈ। ਇਸ ਤੋਂ ਬਾਅਦ ਜੋ ਸਭ ਤੋਂ ਇੰਪੋਰਟੈਂਟ ਹੈ, ਆਪਾਂ ਉੱਥੇ ਪਹੁੰਚ ਗਏ। ਹੁਣ ਆਪਾਂ ਥੋੜਾ ਜਿਹਾ ਇਹਨੂੰ ਅਰੇਜ਼ ਕਰ ਲੈਂਦੇ ਹਾਂ ਇੱਥੋਂ ਤੱਕ, ਠੀਕ ਹੈ, ਤਾਂ ਕਿ ਥੋੜੀ ਜਿਹੀ ਆਪਣੇ ਕੋਲੇ ਜਗ੍ਹਾ ਖਾਲੀ ਹੋ ਜੇ। ਇੰਨਾ ਕੁ ਤੁਸੀਂ ਨੋਟ ਕਰ ਲਿਆ ਹੋਣਾ ਹੋਪਫੁਲੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਕੋਸਿਸਟਮ ਦੀ, ਜੋ ਕਿ ਸਾਡਾ ਮੇਨ ਪੁਆਇੰਟ ਹੈ ਜੀ ਅੱਜ ਦਾ, ਠੀਕ ਹੈ। ਜਸਟ ਅ ਮਿੰਟ, ਥੋੜਾ ਜਿਹਾ ਆਪਾਂ ਇਹਨੂੰ ਅਰੇਜ਼ ਕਰ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ ਦੁਬਾਰਾ ਤੋਂ ਇਕੋਸਿਸਟਮ ਤੋਂ। ਸੋ ਸਾਰੇ ਜਾਣੇ ਸਭ ਤੋਂ ਪਹਿਲਾਂ ਤਾਂ ਇਕੋਸਿਸਟਮ ਦੀ ਪੰਜਾਬੀ ਲਿਖ ਲਓ। ਸੋ ਇਹਨੂੰ ਅਸੀਂ ਬੋਲਦੇ ਹਾਂ ਜੀ ਪਰਿਸਥਿਤਿਕ ਪ੍ਰਬੰਧ, ਠੀਕ ਹੈ। ਬੜਾ ਇੰਪੋਰਟੈਂਟ ਟੌਪਿਕ ਹੈ, ਇਸੇ ਨੂੰ ਅਸੀਂ ਅੱਗੇ ਵੀ ਕੰਟੀਨਿਊ ਕਰਾਂਗੇ। ਇਹਨੂੰ ਅਸੀਂ ਬੋਲਾਂਗੇ ਪਰਿਸਥਿਤਿਕ ਪ੍ਰਬੰਧ, ਜਿਹਦੀ ਆਪਾਂ ਗੱਲ ਕਰਦੇ ਪਏ ਇਕੋਲੋਜੀਕਲ ਹਾਇਰਾਰਕੀ, ਠੀਕ ਹੈ। ਇਹ ਪਰਿਸਥਿਤਿਕ ਮੰਡਲ ਹੈ ਜੀ, ਬਟ ਇਕੋਸਿਸਟਮ ਨੂੰ ਅਸੀਂ ਲਿਖਦੇ ਹਾਂ ਪਰਿਸਥਿਤਿਕ ਪ੍ਰਬੰਧ, ਠੀਕ ਹੈ, ਫਰਕ ਹੈਗਾ। ਹੁਣ ਇਹਦੇ ਵਿੱਚ ਕੀ ਆ ਜਾਂਦਾ, ਇਕੋਸਿਸਟਮ ਦੇ ਵਿੱਚ ਕੀ ਆ ਜਾਊਗਾ ਕਿ ਹੁਣ ਤੱਕ ਆਪਾਂ ਕਾਹਦੀ ਗੱਲ ਕਰ ਚੁੱਕੇ ਹਾਂ, ਕਮਿਊਨਿਟੀ ਦੀ। ਸੋ ਜਦੋਂ ਕਿਸੇ ਖਾਸ ਕਮਿਊਨਿਟੀ ਦਾ, ਠੀਕ ਹੈ, ਕਮਿਊਨਿਟੀ ਦੇ ਵਿੱਚ ਹੁਣ ਕੀ ਕੁਛ ਆ ਗਿਆ, ਕਮਿਊਨਿਟੀ ਦੇ ਵਿੱਚ ਕੀ ਕੁਛ ਆ ਗਿਆ, ਡਿਫਰੈਂਟ ਸਪੀਸੀਜ਼ ਆ ਗਈਆਂ, ਉਹਨਾਂ ਦਾ ਰਿਲੇਸ਼ਨ ਕਿਹਦੇ ਨਾਲ ਆ ਜਾਊਗਾ, ਆਪਦੇ ਵਾਤਾਵਰਣ ਨਾਲ। ਵਾਤਾਵਰਣ ਨੂੰ ਮੈਂ ਲਿਖੂੰਗਾ ਫਿਜ਼ੀਕਲ ਇਨਵਾਇਰਨਮੈਂਟ। ਸੋ ਕਿਸੇ ਡਿਫਰੈਂਟ ਸਪੀਸੀਜ਼ ਦਾ, ਠੀਕ ਹੈ, ਸਪੀਸੀਜ਼ ਤੋਂ ਮੇਰਾ ਭਾਵ ਜਾਂ ਡਿਫਰੈਂਟ ਆਰਗੇਨਿਜ਼ਮ ਦਾ, ਇਦਾਂ ਬੋਲ ਲਓ, ਆਪਣੇ ਵਾਤਾਵਰਣ ਨਾਲ ਜੋ ਰਿਲੇਸ਼ਨ ਹੈ, ਇਸੇ ਨੂੰ ਅਸੀਂ ਕੀ ਬੋਲਦੇ ਹਾਂ, ਇਕੋਸਿਸਟਮ। ਇਸੇ ਨੂੰ ਬੋਲਦੇ ਹਾਂ ਇਕੋਸਿਸਟਮ। ਦੇਖੋ, ਇਕੋਲੋਜੀ ਕੀ ਸੀ, ਸਟੱਡੀ ਹੈ। ਸੋ ਇਕੋਲੋਜੀ ਇੱਕ ਤਰ੍ਹਾਂ ਦਾ ਇਕੋਸਿਸਟਮ ਦੀ ਸਟੱਡੀ ਹੈ, ਇਦਾਂ ਬੋਲ ਸਕਦੇ ਹੋ। ਬਟ ਇਕੋਸਿਸਟਮ ਕੀ ਹੈ, ਇਹ ਐਕਚੁਅਲ ਦੇ ਵਿੱਚ ਕਿਸੇ ਵੀ ਕਮਿਊਨਿਟੀ ਦਾ, ਠੀਕ ਹੈ, ਕਿਸੇ ਵੀ ਡਿਫਰੈਂਟ ਸਪੀਸੀਜ਼ ਦਾ ਆਪਣੇ ਜਿਹੜਾ ਫਿਜ਼ੀਕਲ ਇਨਵਾਇਰਨਮੈਂਟ ਹੈ, ਆਪਦਾ ਵਾਤਾਵਰਨ ਹੈ ਉਹਦੇ ਨਾਲ ਸੰਬੰਧ ਜਿਹੜਾ ਹੈਗਾ, ਉਸੇ ਨੂੰ ਅਸੀਂ ਬੋਲਦੇ ਹਾਂ ਇਕੋਸਿਸਟਮ। ਸੋ ਇਹਨਾਂ ਤੁਹਾਨੂੰ ਕਲੀਅਰ ਹੋ ਗਿਆ ਹੁਣ ਇਕੋਸਿਸਟਮ ਦੇ ਬਾਰੇ। ਇਹ ਹੁਣ ਦੋ ਤਰ੍ਹਾਂ ਦਾ ਹੁੰਦਾ, ਬਾਇਓਟਿਕ, ਅਬਾਇਓਟਿਕ, ਠੀਕ ਹੈ। ਇਸ ਤੋਂ ਬਾਅਦ ਹੋਰ ਵੀ ਇਹਦੇ ਟਾਈਪਸ ਹੁੰਦੇ ਨੇ, ਉਹਨਾਂ ਨੂੰ ਆਪਾਂ ਅਗਲੀਆਂ ਸਲਾਈਡ ਦੇ ਵਿੱਚ ਕੰਟੀਨਿਊ ਕਰਾਂਗੇ। ਅੱਗੇ ਆਪਣਾ ਮੇਨ ਫੋਕਸ ਰਹੂਗਾ ਕਾਦੇ ਉੱਪਰ ਜੀ, ਇਕੋਸਿਸਟਮ ਦੇ ਉੱਪਰ। ਉਸ ਤੋਂ ਬਾਅਦ ਉੱਪਰਲਾ ਦੇਖੋ, ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਮੈਂ ਇੱਥੇ ਟੋਟਲ 7 ਲਏ ਹੋਏ ਨੇ ਇਸ ਹਾਇਰਾਰਕੀ ਦੇ ਵਿੱਚ,
ਬਟ ਕਈ ਜਗ੍ਹਾ ਤੇ ਤੁਹਾਨੂੰ 5 ਵੀ ਦੇਖਣ ਨੂੰ ਮਿਲਣਗੇ। ਉਹਦਾ ਕਾਰਨ ਇਹ ਹੈ ਕਿ ਉਹ ਲੈਂਡਸਕੇਪ ਵਰਗੀਆਂ ਚੀਜ਼ਾਂ ਕਈ ਵਾਰ ਛੱਡ ਦਿੰਦੇ ਨੇ। ਬਟ ਮੈਂ ਪ੍ਰੋਪਰ ਲਿਖਿਆ ਹੋਇਆ ਸਾਰਾ ਕੁਝ, ਕਿਉਂਕਿ ਪੇਪਰ ਦੇ ਵਿੱਚ ਆਪਾਂ ਨੂੰ ਇਹ ਕੁਐਸਚਨ ਆਏ ਹੋਏ ਨੇ। ਸੋ ਲੈਂਡਸਕੇਪ ਦੀ ਪੰਜਾਬੀ ਹੁੰਦੀ ਹੈ ਜੀ ਭੂ-ਦ੍ਰਿਸ਼, ਠੀਕ ਹੈ, ਭੂ-ਦ੍ਰਿਸ਼ ਪਾ ਦਿਓ ਇਹਨੂੰ, ਇਦਾਂ ਇਹਦੀ ਪੰਜਾਬੀ ਦੇ ਵਿੱਚ ਇਦਾਂ ਲਿਖਣਾ ਇਹਨੂੰ। ਸੋ ਇਹਦੇ ਵਿੱਚ ਕੀ ਹੁੰਦਾ, ਇਕੋਸਿਸਟਮ ਆਪਾਂ ਕਵਰ ਕਰ ਲਿਆ। ਹੁਣ ਇਹਦਾ ਮਤਲਬ ਲੈਂਡਸਕੇਪ ਇੱਕ ਵੱਡਾ ਪਾਰਟ ਹੋ ਗਿਆ, ਉਹਦੇ ਵਿੱਚ ਅੱਗੇ ਇਕੋਸਿਸਟਮ ਆਊਗਾ। ਇਕੋਸਿਸਟਮ ਦੇ ਵਿੱਚ ਕਮਿਊਨਿਟੀ ਆਈ ਹੈ, ਕਮਿਊਨਿਟੀ ਦੇ ਵਿੱਚ ਪਾਪੂਲੇਸ਼ਨ ਆਈ ਹੈ, ਪਾਪੂਲੇਸ਼ਨ ਦੇ ਵਿੱਚ ਇੰਡੀਵਿਜੂਅਲ ਆਰਗੇਨਿਜ਼ਮ ਆਇਆ। ਸੋ ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਇੰਡੀਵਿਜੂਅਲ ਆਰਗੇਨਿਜ਼ਮ, ਜਾਂ ਕਹ ਲਓ ਸਭ ਤੋਂ ਲੋਐਸਟ ਲੈਵਲ ਕੀ ਹੈ ਇਸ ਹਾਇਰਾਰਕੀ ਦਾ, ਸਭ ਤੋਂ ਲੋਐਸਟ ਲੈਵਲ ਕਿਹੜਾ ਜੀ, ਇੰਡੀਵਿਜੂਅਲ ਆਰਗੇਨਿਜ਼ਮ। ਸੋ ਲੈਂਡਸਕੇਪ ਦੇ ਵਿੱਚ ਕੀ ਆਊਗਾ, ਜਦੋਂ ਦੋ ਜਾਂ ਦੋ ਤੋਂ ਵੱਧ, ਮੈਂ ਜਲਦੀ ਦੱਸ ਦਿੰਦਾ, ਇਕੋਸਿਸਟਮ ਹੈ ਨਾ ਕਿਸੇ ਖਾਸ ਏਰੀਆ ਦੇ ਵਿੱਚ ਆ ਜਾਂਦੇ ਨੇ, ਤਾਂ ਉਹਦੇ ਲਈ ਅਸੀਂ ਸ਼ਬਦ ਯੂਜ਼ ਕਰਦੇ ਹਾਂ ਲੈਂਡਸਕੇਪ, ਜਾਂ ਕਹ ਲਓ ਭੂ-ਦ੍ਰਿਸ਼, ਹੈ ਨਾ, 2 ਔਰ ਮੋਰ ਇਕੋਸਿਸਟਮ ਯਾਦ ਰੱਖਣਾ। ਫਿਰ ਬਾਇਓਮ, ਇਹ ਬਹੁਤ ਇੰਪੋਰਟੈਂਟ ਹੈ ਜੀ, ਠੀਕ ਹੈ। ਬਾਇਓਮ ਵੀ ਕੋਈ ਜਗ੍ਹਾ ਆ ਜਾਂਦੀ ਹੈ, ਪਹਿਲਾਂ ਇਹਨੂੰ ਪੰਜਾਬੀ ਦੇ ਵਿੱਚ ਲਿਖ ਲਓ, ਕਿਉਂਕਿ ਫਿਰ ਉਹ ਦਿੱਕਤ ਆਉਂਦੀ ਹੈ, ਇੱਥੇ ਪੰਜਾਬੀ ਨਹੀਂ ਲਿਖੀ ਹੋਈ ਨਾਲ। ਸੋ ਮੈਂ ਨਾਲ ਦੀ ਨਾਲ ਲਿਖ ਰਿਹਾਗਾ ਬਾਇਓਮ, ਠੀਕ ਹੈ, ਇਹਨੂੰ ਨੋਟ ਕਰ ਲਿਓ। ਸੋ ਨੰਬਰ 2 ਤੇ ਉੱਪਰੋਂ ਨੰਬਰ 2 ਤੇ ਆ ਗਿਆ ਬਾਇਓਮ। ਸੋ ਬਾਇਓਮ ਦਾ ਜਿਹੜਾ ਸੰਬੰਧ ਹੈਗਾ ਉਹ ਕਲਾਈਮੇਟ ਦੇ ਨਾਲ ਹੈ ਜੀ, ਜਲਵਾਯੂ ਦੇ ਨਾਲ ਹੈ। ਸੋ ਨਾਲ ਦੀ ਨਾਲ ਇੱਥੇ ਕਲਾਈਮੇਟ ਜਾਂ ਜਲਵਾਯੂ ਜ਼ਰੂਰ ਲਿਖ ਲਓ, ਕਿਉਂਕਿ ਇਹਦਾ ਸੰਬੰਧ ਡਾਇਰੈਕਟ ਹੀ ਉਹਦੇ ਨਾਲ ਆਊਗਾ। ਇੱਥੇ ਮੈਂ ਲਿਖ ਦਿੰਦਾ ਕਲਾਈਮੇਟ, ਠੀਕ ਹੈ, ਕਲਾਈਮੇਟ ਦਾ ਮਤਲਬ ਜਲਵਾਯੂ। ਸੋ ਇਹਨਾਂ ਨੂੰ ਕਾਈਂਡਲੀ ਨੋਟ ਕਰਦੇ ਜਾਓ। ਅਗਰ ਥੋੜਾ ਜਿਹਾ ਜ਼ਿਆਦਾ ਹੋ ਗਿਆ ਤਾਂ ਆਪਾਂ ਰੇਜ਼ ਵੀ ਕਰ ਦੇਂਗੇ, ਅਗਰ ਵਿਜ਼ਿਬਿਲਿਟੀ ਦੇ ਵਿੱਚ ਕੋਈ ਦਿੱਕਤ ਆਈ ਤੇ। ਸੋ ਲਾਸਟ ਵਾਲਾ ਲੈਵਲ ਆਪਣਾ ਇਸ ਤੋਂ ਬਾਅਦ ਬਚੂਗਾ ਫਿਰ ਬਾਇਓਸਫੀਅਰ। ਸੋ ਉਹ ਵਾਲੀਆਂ ਜਗ੍ਹਾ ਨੂੰ ਆਪਾਂ ਬਾਇਓਮ ਕਹਾਂਗੇ, ਹੈ ਨਾ, ਉਹ ਵਾਲੇ ਇਲਾਕਿਆਂ ਨੂੰ, ਏਰੀਆ ਨੂੰ ਆਪਾਂ ਬਾਇਓਮ ਕਹਾਂਗੇ, ਜਿਨ੍ਹਾਂ ਦਾ ਜੋ ਕਲਾਈਮੇਟ ਹੈ ਜੀ ਉਹ ਸੇਮ ਹੈ, ਜਲਵਾਯੂ ਸੇਮ ਹੈ। ਸੋ ਇੱਥੇ ਮੈਂ ਲਿਖੂੰਗਾ ਹੈਵਿੰਗ ਸੇਮ ਕਲਾਈਮੇਟ, ਹੈਵਿੰਗ ਸੇਮ ਕਲਾਈਮੇਟ। ਜਿਵੇਂ ਡੈਜ਼ਰਟ ਹੋ ਸਕਦੇ ਨੇ ਜਿਨ੍ਹਾਂ ਦਾ ਕਲਾਈਮੇਟ ਸੇਮ ਹੈ ਆਪਸ ਦੇ ਵਿੱਚ, ਹੈ ਨਾ, ਤਾਂ ਉਹਨਾਂ ਨੂੰ ਬਾਇਓਮ ਕਹੂੰਗਾ। ਸੋ ਬਾਇਓਮ ਜਿਹੜਾ ਹੈਗਾ ਉਹ ਕਲਾਈਮੇਟ ਤੋਂ ਜੱਜ ਕੀਤਾ ਜਾਂਦਾ ਹੈ। ਸੋ ਹੈਵਿੰਗ ਸੇਮ ਕਲਾਈਮੇਟ, ਜਿਨ੍ਹਾਂ ਦਾ ਕਲਾਈਮੇਟ ਜਿਹੜਾ ਹੈਗਾ ਉਹ ਸੇਮ ਹੋਵੇ, ਜਿਵੇਂ ਡੈਜ਼ਰਟ ਹੋ ਸਕਦੇ ਨੇ, ਟ੍ਰੋਪੀਕਲ ਫੋਰੈਸਟ ਹੋ ਸਕਦੇ ਨੇ। ਸੋ ਕਾਫੀ ਚੀਜ਼ਾਂ ਹੋ ਸਕਦੀਆਂ ਨੇ ਜੋ ਕਿ ਬਾਇਓਮ ਹੁੰਦੇ ਨੇ। ਲਾਸਟ ਆ ਗਿਆ ਬਾਇਓਸਫੀਅਰ, ਲਾਸਟ ਬਟ ਬਹੁਤ ਇੰਪੋਰਟੈਂਟ ਹੈ ਬਾਇਓਸਫੀਅਰ। ਸੋ ਬਾਇਓਸਫੀਅਰ ਕੀ ਹੁੰਦਾ ਜੀ, ਇਹਨੂੰ ਪੰਜਾਬੀ ਦੇ ਵਿੱਚ ਵੀ ਇਦਾਂ ਹੀ ਲਿਖੋਗੇ, ਕੋਈ ਸਪੈਸ਼ਲ ਹੈ ਨਹੀਂ ਕਿ ਅਲੱਗ ਤੋਂ ਨਾਮ ਇਹਦਾ ਕੋਈ, ਠੀਕ ਹੈ, ਲਗਭਗ ਸਾਰਿਆਂ ਦੇ ਉਹੀ ਨਾਮ ਨੇ ਜੋ ਇੰਗਲਿਸ਼ ਦੇ ਵਿੱਚ ਨੇ। ਸੋ ਬਾਇਓਸਫੀਅਰ ਇਹਨੂੰ ਆਈ ਲਿਖਿਆ ਜਾਊਗਾ। ਸੋ ਬਾਇਓਸਫੀਅਰ ਇੱਕ ਸਭ ਤੋਂ ਵੱਡੀ ਟਰਮ ਆ ਗਈ, ਹੈ ਨਾ, ਉੱਪਰਲੀ ਸਭ ਤੋਂ ਵੱਡੀ ਟਰਮ ਆ ਗਈ, ਜਾਂ ਕਹ ਲਓ ਇਸ ਹਾਇਰਾਰਕੀ ਦਾ ਸਭ ਤੋਂ ਹਾਈਐਸਟ ਲੈਵਲ ਕਿਹੜਾ ਹੈਗਾ, ਬਾਇਓਸਫੀਅਰ। ਜਿਵੇਂ ਸਭ ਤੋਂ ਲੋਐਸਟ ਲੈਵਲ ਕਿਹੜਾ ਸੀਗਾ, ਇੰਡੀਵਿਜੂਅਲ ਆਰਗੇਨਿਜ਼ਮ, ਸਭ ਤੋਂ ਹਾਈਐਸਟ ਆ ਗਿਆ ਬਾਇਓਸਫੀਅਰ। ਸੋ ਬਾਇਓਸਫੀਅਰ ਕੀ ਹੋ ਗਿਆ, ਹੁਣ ਤੱਕ ਮੈਂ ਏਰੀਆ ਦੀ ਗੱਲ ਕਰੀ ਜਾਣਾ, ਹਨਾ, ਤੁਹਾਡੇ ਨਾਲ ਬਾਰ-ਬਾਰ। ਮੈਂ ਇੱਥੇ ਥੱਲੇ ਲਿਖ ਦਿੰਦਾ ਇਹਦੀ ਡੈਫੀਨੇਸ਼ਨ। ਸੋ ਏਰੀਆ ਔਨ ਦਾ ਅਰਥ, ਇੱਥੇ ਲਿਖ ਦਿੰਦੇ ਥੋੜਾ ਸਾਫ਼ ਕਰਕੇ। ਸੋ ਬਾਇਓਸਫੀਅਰ ਜੀ ਉਹ ਸਾਰਾ ਏਰੀਆ ਹੈਗਾ ਜੋ ਕਿ ਧਰਤੀ ਤੇ ਹੈਗਾ, ਏਰੀਆ ਔਨ ਦਾ ਅਰਥ, ਏਰੀਆ ਔਨ ਦਾ ਅਰਥ on which living organism are present, on which, थोड़ा मैं फास्ट लिखता पे, living organism, on which living organism present, ठीक है। मतलब ਬਾਇਓਸਫੀਅਰ ਉਹ ਸਾਰਾ ਏਰੀਆ ਆ ਗਿਆ ਧਰਤੀ ਦਾ ਜਿਹਦੇ ਉੱਪਰ ਲਿਵਿੰਗ ਆਰਗੇਨਿਜ਼ਮ ਹੈਗੇ ਨੇ, ਜੀਵ ਹੈਗੇ ਨੇ, ਠੀਕ ਹੈ। ਉਹ ਸਾਰਾ ਏਰੀਆ ਦਾ ਮਤਲਬ ਤਾਂ ਪੂਰੀ ਜਗ੍ਹਾ ਕਵਰ ਹੋ ਗਈ ਨਾ, ਜਿੱਥੇ ਲਿਵਿੰਗ ਆਰਗੇਨਿਜ਼ਮ ਹੈਗੇ ਨੇ ਉਹ ਸਾਰੇ ਦੇ ਸਾਰੇ ਏਰੀਆ ਨੂੰ ਆਪਾਂ ਬੋਲਾਂਗੇ ਬਾਇਓਸਫੀਅਰ। ਸੋ ਇੱਕ ਵਾਰ ਮੈਂ ਥੋੜਾ ਜਿਹਾ ਬਰੀਫ ਕਰ ਦੇਣਾ ਦੁਬਾਰਾ ਕਿ ਮੈਂ 7 ਲੈਵਲ ਰੱਖੇ ਨੇ ਜੋ ਕਿ ਮੈਕਸਿਮਮ ਹੁੰਦੇ ਨੇ ਇਸ ਹਾਇਰਾਰਕੀ ਦੇ। ਕਈ ਜਗ੍ਹਾ ਤੇ ਤੁਹਾਨੂੰ 5 ਵੀ ਦੇਖਣ ਨੂੰ ਮਿਲਣਗੇ, ਪਰ ਕੋਸ਼ਿਸ਼ ਕਰਿਓ ਕਿ 7 ਹੀ ਯਾਦ ਕਰਿਓ। ਸਭ ਤੋਂ ਲੋਐਸਟ ਲੈਵਲ ਯਾਦ ਰੱਖਿਓ ਕਿਹੜਾ, ਇੰਡੀਵਿਜੂਅਲ ਹੈ, ਉਸ ਤੋਂ ਬਾਅਦ ਪਾਪੂਲੇਸ਼ਨ, ਤੇ ਫਿਰ ਕਮਿਊਨਿਟੀ। ਕਮਿਊਨਿਟੀ ਤੇ ਪਾਪੂਲੇਸ਼ਨ 'ਚ ਫਰਕ ਇਹੀ ਹੈ ਕਿ ਪਾਪੂਲੇਸ਼ਨ ਦੇ ਵਿੱਚ ਇੱਕੋ ਜਾਤੀ ਦੇ ਆਰਗੇਨਿਜ਼ਮ ਹੁੰਦੇ ਨੇ ਕਿਸੇ ਏਰੀਆ ਦੇ, ਬਟ ਕਮਿਊਨਿਟੀ ਦੇ ਵਿੱਚ ਕੀ ਹੋ ਜਾਂਦਾ ਜੀ, ਕਮਿਊਨਿਟੀ ਦੇ ਵਿੱਚ ਕੀ ਹੋ ਜਾਂਦਾ ਕਿ ਡਿਫਰੈਂਟ ਸਪੀਸੀਜ਼ ਵੀ ਆ ਜਾਂਦੀਆਂ ਨੇ, ਮਤਲਬ ਇਹਦੇ ਵਿੱਚ ਜੋ ਆਰਗੇਨਿਜ਼ਮ ਉਹਨਾਂ ਦੀ ਗਿਣਤੀ ਵੱਧ ਗਈ, ਠੀਕ ਹੈ। ਇਸ ਤੋਂ ਬਾਅਦ ਇਕੋਸਿਸਟਮ ਆ ਗਿਆ, ਇਕੋਸਿਸਟਮ ਦੇ ਵਿੱਚ ਜੋ ਡਿਫਰੈਂਟ ਸਪੀਸੀਜ਼ ਨੇ ਉਹਨਾਂ ਦਾ ਜਿਹੜਾ ਹੈਗਾ ਵਾਤਾਵਰਣ ਦੇ ਨਾਲ ਕਿਵੇਂ ਸੰਬੰਧ ਹੈ, ਉਹ ਇਕੋਸਿਸਟਮ ਦੇ ਵਿੱਚ ਡੀਲ ਕਰਾਂਗੇ ਆਪਾਂ ਅੱਗੇ। ਫਿਰ ਲੈਂਡਸਕੇਪ ਦੇ ਵਿੱਚ 2 ਜਾਂ 2 ਤੋਂ ਵੱਧ ਇਕੋਸਿਸਟਮ ਆ ਜਾਂਦੇ ਨੇ। ਬਾਇਓਮ ਦੇ ਵਿੱਚ ਕੀ ਆ ਜਾਂਦਾ ਹੈ, ਉਹ ਏਰੀਆ ਜਿਨ੍ਹਾਂ ਦਾ ਕਲਾਈਮੇਟ ਸੇਮ ਹੁੰਦਾ ਹੈਗਾ, ਜਿਵੇਂ ਡੈਜ਼ਰਟ ਦੀ ਮੈਂ ਐਗਜ਼ਾਮਪਲ ਲਈ ਹੈ। ਅਤੇ ਹੁਣ ਜੋ ਸਾਰਾ ਏਰੀਆ ਹੈ ਨਾ, ਪੂਰੀ ਅਰਥ ਦਾ ਏਰੀਆ ਜਿੱਥੇ ਲਿਵਿੰਗ ਆਰਗੇਨਿਜ਼ਮ ਹੈਗੇ ਨੇ, ਉਹਨੂੰ ਅਸੀਂ ਕੀ ਬੋਲਾਂਗੇ, ਬਾਇਓਸਫੀਅਰ। ਸੋ ਯਾਦ ਰੱਖਿਓ ਕਿ ਇਕੋਸਿਸਟਮ ਕਾਹਦਾ ਪਾਰਟ ਹੈ ਜੀ, ਬਾਇਓਸਫੀਅਰ ਦੀ ਪਾਰਟ ਹੈ ਇਕੋਸਿਸਟਮ ਵੀ, ਠੀਕ ਹੈ, ਕਿਉਂਕਿ 2 ਟਰਮਾਂ ਬਾਰ-ਬਾਰ ਆਪਾਂ ਨੂੰ ਯੂਜ਼ ਹੁੰਦੀਆਂ ਨੇ ਸਟੱਡੀ ਦੇ ਵਿੱਚ।
ਕਿ ਈਕੋਸਿਸਟਮ ਇਜ਼ ਅ ਪਾਰਟ ਆਫ ਬਾਇਓਸਫੀਅਰ। ਬਾਇਓਸਫੀਅਰ ਵੱਡੀ ਟਰਮ ਹੈ, ਉਸੇ ਦੀ ਇੱਕ ਇਕਾਈ ਕੀ ਹੈ, ਈਕੋਸਿਸਟਮ। ਅਤੇ ਪੂਰੀ ਇਸ ਇਕੋਲੋਜੀ ਕੀ ਹੁੰਦੀ ਹੈ, ਪੂਰੇ ਦੀ ਸਟੱਡੀ ਨੂੰ ਅਸੀਂ ਬੋਲਦੇ ਹਾਂ ਇਕੋਲੋਜੀ, ਜਿਸ ਨੂੰ ਕਿਹਨੇ ਕੁਆਇਨ ਕੀਤਾ ਸੀ, ਜੋ ਟਰਮ ਨੂੰ ਕੁਆਇਨ ਕੀਤਾ ਸੀ ਅਰਨਸਟ ਹੈਕਲ ਨੇ। ਸੋ ਇਹ ਸੀ ਸੈਕੰਡ ਸਲਾਈਡ, ਥੋੜੀ ਵੱਡੀ ਚਲੀ ਗਈ ਇਹ। ਹਾਂਜੀ ਚਲੋ ਜੀ, ਆਪਾਂ ਉਸ ਹਾਇਰਾਰਕੀ ਦੇ ਵਿੱਚੋਂ ਇੱਕ ਕੰਪੋਨੈਂਟ ਕੱਢ ਲੈਣੇ ਜਿਸ ਨੂੰ ਅਸੀਂ ਕਹਾਂਗੇ ਇਕੋਸਿਸਟਮ, ਪਰਿਸਥਿਤਿਕ ਪ੍ਰਬੰਧ। ਠੀਕ ਹੈ, ਹੁਣ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਅੱਗੇ। ਤਾਂ ਦੇਖੋ ਥੋੜਾ ਜਿਹਾ ਜਿਵੇਂ ਪਿਛਲੀ ਸਲਾਈਡ ਦੇ ਵਿੱਚ ਬਹੁਤ ਕੁਝ ਲਿਖਣ ਵਾਲਾ ਸੀਗਾ, ਤਾਂ ਕਾਈਂਡਲੀ ਤੁਹਾਨੂੰ ਬੇਨਤੀ ਕਹਿ ਲਓ, ਠੀਕ ਹੈ, ਜਾਂ ਸੁਜੈਸ਼ਨ ਕਹਿ ਲਓ, ਕਿ ਤੁਹਾਨੂੰ ਸੁਜੈਸ਼ਨ ਹੈ ਕਿ ਨਾਲ ਦੀ ਨਾਲ ਦੇਖੋ ਲਿਖਿਆ ਜ਼ਰੂਰ ਕਰੋ, ਹਨਾ। ਇਹ ਨਹੀਂ ਹੈਗਾ ਕਿ ਸਾਰਾ ਕੁਝ ਬਣਿਆ ਬਣਾਇਆ ਅਗਰ ਮਿਲ ਜੇ, ਕਿਉਂਕਿ ਬਹੁਤ ਚੀਜ਼ਾਂ ਦੇਖੋ ਤੁਸੀਂ ਨਾਲ ਦੀ ਨਾਲ ਸਮਝ ਰਹੇ ਹੋ, ਇਦਾਂ ਨਹੀਂ ਕਿ ਤੁਸੀਂ ਰੱਟਾ ਲਾ ਰਹੇ ਹੋ, ਮੈਂ ਸਮਝਾ ਰਿਹਾ ਤੁਹਾਨੂੰ ਨਾਲ ਦੀ ਨਾਲ। ਤਾਂ ਕਾਫੀ ਚੀਜ਼ਾਂ ਜ਼ਰੂਰੀ ਨੇ ਲਿਖਣੀਆਂ, ਉਸ ਤੋਂ ਬਾਅਦ ਜਦੋਂ ਤੁਸੀਂ ਸੈਕੰਡ ਟਾਈਮ ਵੀ ਉਹਨੂੰ ਪੜ੍ਹੋਗੇ ਨਾ, ਤਾਂ ਮਤਲਬ ਫਿਰ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕੀ ਲਿਖਿਆ ਹੋਇਆ ਹੈ ਨਾ। ਜਿਵੇਂ ਹੁਣ ਇਹ ਸਲਾਈਡ ਹੈ, ਮੰਨ ਲਓ ਇਹ ਸਲਾਈਡ ਵੀ ਤੁਹਾਡੇ ਕੋਲ ਹੋਵੇ, ਜਿਵੇਂ ਸੈਕੰਡ ਸਲਾਈਡ ਸੀ ਉਹ ਬਿਲਕੁਲ ਖਾਲੀ ਸੀ, ਉਹਦਾ ਤਾਂ ਕਹਿ ਲਓ 70-80% ਤਾਂ ਮੈਂ ਹੀ ਲਿਖਿਆ ਹੈਗਾ। ਠੀਕ ਹੈ, ਤਾਂ ਕਰਕੇ ਕਾਈਂਡਲੀ ਨੋਟਸ ਬਣਾਓ, ਡੇਟ ਵਾਈਜ਼ ਬਣਾ ਲਓ, ਚਾਹੇ ਵੈਸੇ ਲਿਖ ਲਓ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਰਿਵੀਜ਼ਨ ਟਾਈਮ ਵੀ ਸੌਖਾ ਹੋਵੇ। ਅਦਰਵਾਈਜ਼ ਨਹੀਂ ਤੁਹਾਨੂੰ ਫਿਰ ਹੋ ਸਕਦਾ ਦੁਬਾਰਾ ਫਿਰ ਤੋਂ ਵੀਡੀਓ ਸੁਣਨੀ ਪਏ, ਤਾਂ ਉਹਦੇ ਨਾਲ ਫਿਰ ਟਾਈਮ ਦੀ ਕਾਫੀ ਵੇਸਟੇਜ ਵੀ ਹੋ ਜਾਂਦੀ ਹੈ ਪੇਪਰ ਦੇ ਨੇੜੇ ਆ ਕੇ। ਤਾਂ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਹੈਗਾ। ਸੋ ਹੁਣ ਇਕੋਸਿਸਟਮ ਤਾਂ ਆਪਾਂ ਪੜ੍ਹ ਲਿਆ ਜੀ, ਕਿ ਡਿਫਰੈਂਟ ਸਪੀਸੀਜ਼ ਆ ਉਹਨਾਂ ਦੇ ਵਾਤਾਵਰਨ ਨਾਲ ਜੋ ਰਿਲੇਸ਼ਨ ਹੈ ਉਹਨੂੰ ਬੋਲਾਂਗੇ ਇਕੋਸਿਸਟਮ। ਸੋ ਇਕੋਸਿਸਟਮ ਦੇ ਦੋ ਕੰਪੋਨੈਂਟ ਹੁੰਦੇ ਨੇ, ਦੋ ਘਟਕ ਹੁੰਦੇ ਨੇ। ਠੀਕ ਹੈ, ਕੰਪੋਨੈਂਟ ਦਾ ਮਤਲਬ ਘਟਕ, ਕਿਹੜੇ ਕਿਹੜੇ? ਬਾਇਓਟਿਕ ਭਾਵ ਜੈਵਿਕ, ਅਤੇ ਅਬਾਇਓਟਿਕ ਭਾਵ ਅਜੈਵਿਕ। ਸੋ ਬਾਇਓਟਿਕ ਉਹ ਹੁੰਦੇ ਨੇ ਜੀ ਜੋ ਲਿਵਿੰਗ ਹੁੰਦੇ ਨੇ, ਹਨਾ, ਜੋ ਜਿਉਂਦੇ ਹੁੰਦੇ ਨੇ ਤਾਂ ਕਹਿ ਲਓ। ਠੀਕ ਹੈ, ਜੋ ਲਿਵਿੰਗ ਹੋਣਗੇ ਉਹ ਆ ਜਾਣਗੇ ਬਾਇਓਟਿਕ। ਠੀਕ ਹੈ, ਤੇ ਜੋ ਮਤਲਬ ਨਾਨ ਲਿਵਿੰਗ ਹੋਣਗੇ ਉਹ ਆ ਜਾਣਗੇ ਅਬਾਇਓਟਿਕ। ਹੁਣ ਦੇਖੋ ਇਕੋਸਿਸਟਮ ਦੇ ਵਿੱਚ ਸਾਰਾ ਕੁਝ ਆਊਗਾ ਜੀ, ਇਕੋਸਿਸਟਮ ਦੇ ਵਿੱਚ ਹੁਣ ਸਾਰਾ ਕੁਝ ਆਊਗਾ, ਕਿਉਂਕਿ ਆਰਗੇਨਿਜ਼ਮ ਦਾ ਸੰਬੰਧ ਹੈ, ਜੀਵਾਂ ਦਾ ਸੰਬੰਧ ਹੈ ਕਾਦੇ ਨਾਲ? এনवायरमेंट ਦੇ ਨਾਲ। ਹੁਣ এনवायरमेंट ਦੇ ਵਿੱਚ ਤਾਂ ਸਾਰਾ ਕੁਝ ਹੀ ਹੈ ਜੀ, ਬਾਇਓਟਿਕ ਬਾਇਓਟਿਕ ਸਾਰੇ ਕੰਪੋਨੈਂਟ ਨੇ, ਮਤਲਬ ਸਭ ਦੀ ਗੱਲ ਹੋਊਗੀ ਹੁਣ। ਸੋ ਪਹਿਲਾਂ ਤਾਂ ਤੁਸੀਂ ਇਹ ਸਮਝੋ ਕਿ ਬਾਇਓਟਿਕ ਕੰਪੋਨੈਂਟ ਕਿਹੜੇ ਹੁੰਦੇ ਨੇ, ਜੋ ਕਿ ਲਿਵਿੰਗ ਹੋਣਗੇ, ਜਿਵੇਂ ਪਲਾਂਟਸ। ਸੋ ਪਲਾਂਟਸ ਪੰਜਾਬੀ ਵਾਲੇ ਲਿਖ ਸਕਦੇ ਹੋ ਪੌਦੇ। ਠੀਕ ਹੈ, ਪੌਦੇ ਲਿਵਿੰਗ ਹੁੰਦੇ ਨੇ ਜੀ। ਐਨੀਮਲ ਦਾ ਮਤਲਬ ਹੁੰਦਾ ਜਾਨਵਰ। ਇਸ ਤੋਂ ਬਾਅਦ ਫੰਜਾਈ ਹੁੰਦੀ ਹੈ ਉੱਲੀ, ਤੁਸੀਂ ਉੱਲੀ ਲੱਗੀ ਦੇਖੀ ਹੋਊਗੀ, ਵੈਸੇ ਕਈ ਜਗ੍ਹਾ ਤੇ ਬ੍ਰੈਡ ਵਗੈਰਾ ਤੇ ਲੱਗ ਜਾਂਦੀ ਹੈ, ਤਾਂ ਉਹਨੂੰ ਬੋਲਾਂਗੇ ਫੰਜਾਈ। ਇਸ ਤੋਂ ਬਾਅਦ ਜੀਵਾਣੂ, ਜੋ ਛੋਟੇ ਛੋਟੇ ਜੀਵ ਹੁੰਦੇ ਨੇ, ਸੂਖਮ ਜੀਵ, ਉਹ ਸਾਰੇ ਕੀ ਨੇ? ਸਾਡੇ ਬਾਇਓਟਿਕ ਕੰਪੋਨੈਂਟ ਨੇ, ਹਨਾ, ਮਤਲਬ ਜੋ ਲਿਵਿੰਗ ਨੇ। ਸਿਮਿਲਰਲੀ ਜੋ ਅਬਾਇਓਟਿਕ ਨੇ ਜੀ, ਮਤਲਬ ਅਜੈਵਿਕ ਨੇ, ਉਹ ਕਿਹੜੇ ਕਿਹੜੇ ਨੇ? ਬਿੰਡ ਦਾ ਮਤਲਬ ਪੌਣ ਪੜਿਆ ਸੀ ਜਾ ਕੇ ਲੋ, ਹਵਾ। ਉਸ ਤੋਂ ਬਾਅਦ ਸਨਲਾਈਟ ਕੀ ਆ ਜਾਊਗਾ ਇੱਥੇ? ਸੂਰਜ ਦੀ ਰੋਸ਼ਨੀ। ਠੀਕ ਹੈ, ਇਹ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਆਏ ਹੋਏ ਨੇ, ਇਹ ਨਾ ਸੋਚੋ ਕਿ ਮੈਂ ਵੈਸੇ ਹੀ ਕਰਵਾਈ ਜਾਣਾ। ਉਸ ਤੋਂ ਬਾਅਦ ਵਾਟਰ ਦਾ ਮਤਲਬ ਆ ਜਾਊਗਾ ਪਾਣੀ। ਠੀਕ ਹੈ, ਤੁਹਾਨੂੰ ਹੋ ਸਕਦਾ ਉਹ ਇੱਥੇ ਮੈਂ ਉੱਪਰ ਲਿਖ ਦਿੰਦਾ ਟੈਂਪਰੇਚਰ ਦੇ ਦੇਣ। ਠੀਕ ਹੈ ਜੀ, ਟੈਂਪਰੇਚਰ ਵੀ ਦੇ ਸਕਦੇ ਨੇ, ਟੈਂਪਰੇਚਰ ਦਾ ਮਤਲਬ ਹੁੰਦਾ ਤਾਪਮਾਨ। ਸੋ ਇਹ ਸਾਰਾ ਕੁਝ ਵੈਸੇ ਆਪਾਂ ਕਰ ਆਏ ਹਾਂ ਈਵੀਐਸ ਦੇ ਵਿੱਚ। ਸੋ ਹਵਾ ਹੋ ਗਈ, ਸੂਰਜ ਦੀ ਰੋਸ਼ਨੀ ਹੋ ਗਈ, ਪਾਣੀ ਹੋ ਗਿਆ, ਤਾਪਮਾਨ ਹੋ ਗਿਆ। ਦੇਖੋ ਇਹ ਜਿਉਂਦੀਆਂ ਚੀਜ਼ਾਂ ਤਾਂ ਹੈ ਨਹੀਂ ਗੀਆਂ, ਤਾਂ ਕਰਕੇ ਕੀ ਨੇ? ਅਬਾਇਓਟਿਕ ਮਤਲਬ ਅਜੈਵਿਕ। ਠੀਕ ਹੈ, ਸੋ ਯਾਦ ਰੱਖਣਾ ਕਿਹੜੇ ਇਕੋਸਿਸਟਮ ਦੇ ਵਿੱਚ ਬਾਇਓਟਿਕ ਕੰਪੋਨੈਂਟ ਹੁੰਦੇ ਨੇ, ਭਾਵ ਜੈਵਿਕ ਹੁੰਦੇ ਨੇ, ਅਤੇ ਕਿਹੜੇ ਅਬਾਇਓਟਿਕ ਹੁੰਦੇ ਨੇ, ਭਾਵ ਅਜੈਵਿਕ ਹੁੰਦੇ ਨੇ। ਐਗਜ਼ਾਮਪਲ ਨੂੰ ਜ਼ਰੂਰ ਨੋਟ ਕਰਿਓ, ਜਿੰਨਾ ਸਲਾਈਡਾਂ ਦੇ ਮੈਂ ਲਿਖਵਾ ਰਿਹਾ, ਕੱਲਾ ਕੱਲਾ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਦੋ ਵਾਰ ਵੀ ਆਇਆ ਹੋਇਆ ਜੀ, ਕਾਫੀ ਕੁਐਸਚਨ 3 ਵਾਰ ਵੀ ਆਏ ਹੋਏ ਨੇ। ਤਾਂ ਕਰਕੇ ਜੋ ਤੁਹਾਡਾ ਮੈਂ ਸਟਾਰਟ ਕੀਤਾ ਹੋਇਆ 17 18 19 ਅਤੇ 20 ਵੀਡੀਓ ਜਿਹੜੀਆਂ ਹੋਣਗੀਆਂ, ਇਹ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ। ਹਾਂਜੀ, ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਇੱਕ ਡਾਇਗਰਾਮ ਦੇ ਵਿੱਚ ਇਕੋਸਿਸਟਮ ਬਣਾਇਆ ਹੋਇਆ ਹੈ। ਇਹ ਆਪਣਾ ਮੰਨ ਲਓ ਪੌਂਡ ਹੈਗਾ, ਤਲਾਬ ਹੈ। ਸੋ ਪੌਂਡ ਇੱਕ ਤਰ੍ਹਾਂ ਦਾ ਇਕੋਸਿਸਟਮ ਹੈਗਾ, ਜਿਸ ਦੇ ਵਿੱਚ ਤੁਸੀਂ ਦੋਨੋਂ ਹੀ ਕੰਪੋਨੈਂਟ ਦੇਖ ਸਕਦੇ ਹੋ। ਜਿਵੇਂ ਇੱਥੇ ਦੇਖੋ, ਇਹ ਐਨੀਮਲ ਨੇ ਜੀ, ਬੈਕਟੀਰੀਆ, ਜੀਵਾਣੂ ਵਗੈਰਾ ਹੈਗੇ ਨੇ। ਸੋ ਇਹਦੇ ਵਿੱਚ ਬਾਇਓਟਿਕ ਕੰਪੋਨੈਂਟ ਵੀ ਨੇ, ਅਤੇ ਨਾਲ ਦੀ ਨਾਲ ਜੋ ਵਿੰਡ ਹੈ, ਸਨਲਾਈਟ ਹੈ, ਸੂਰਜ ਦੀ ਰੋਸ਼ਨੀ ਹੈ ਨਾ, ਵਾਟਰ। ਸੋ ਇਹ ਸਾਰਾ ਕੁਝ ਹੈਗਾ ਕਿ ਇਹਦਾ ਮਤਲਬ ਇੱਥੇ ਅਬਾਇਓਟਿਕ ਕੰਪੋਨੈਂਟ ਵੀ ਨੇ। ਸੋ ਇੱਕ ਤਰ੍ਹਾਂ ਦਾ ਸਾਡਾ ਪੌਂਡ ਕੀ ਹੋ ਗਿਆ? ਫਿਰ ਇਕੋਸਿਸਟਮ ਹੋ ਗਿਆ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ ਇਕੋਸਿਸਟਮ ਦੇ ਟਾਈਪਸ ਤੋਂ ਮੇਰਾ ਭਾਵ ਹੈ ਪ੍ਰਕਾਰ। ਇਕੋਸਿਸਟਮ ਨੂੰ ਤੁਹਾਨੂੰ ਪਤਾ ਹੈ ਕਿ ਅਸੀਂ ਕੀ ਬੋਲਦੇ ਹਾਂ ਜੀ? ਪਰਿਸਥਿਤਿਕ ਪ੍ਰਬੰਧ। ਠੀਕ ਹੈ, ਉਹ ਤੁਸੀਂ ਆਪਣੇ ਆਪ ਲਿਖ ਲੈਣਾ, ਪਰਿਸਥਿਤਿਕ ਪ੍ਰਬੰਧ। ਸੋ ਇਹ ਦੋ ਤਰ੍ਹਾਂ ਦਾ ਇੱਥੇ ਹੋ ਸਕਦਾ ਹੈ, ਨੰਬਰ 1 ਨੈਚੁਰਲ, ਨੰਬਰ 2 ਆਰਟੀਫਿਸ਼ੀਅਲ ਜਾਂ ਕਹ ਲਓ ਮੈਨ ਮੇਡ। ਸੋ ਕੁਦਰਤੀ ਭਾਵ ਨੈਚੁਰਲ ਤੋਂ ਭਾਵ ਇਹ ਹੈ ਕਿ ਜਿਹੜਾ ਕੁਦਰਤ ਵੱਲੋਂ ਬਣਾਇਆ ਹੋਵੇ, ਹਨਾ, ਕੁਦਰਤੀ ਉਹ ਐਗਜ਼ਿਸਟ ਕਰਦਾ ਹੋਵੇ।
ਸੋ ਇਹਦੇ ਅਸੀਂ ਫਰਦਰ 2 ਟਾਈਪ ਪੜਾਂਗੇ, ਬਟ ਪਹਿਲਾਂ ਦੇਖ ਲਓ ਆਰਟੀਫੀਸ਼ੀਅਲ ਮੈਨ ਮੇਡ। ਜਿਵੇਂ ਕਈ ਵਾਰ ਆਪਾਂ ਵੀ ਬਣਾ ਲੈਂਦੇ ਹਾਂ, ਸ਼ਾਇਦ ਤੁਸੀਂ ਉਹ ਦੇਖਿਆ ਹੋਊਗਾ, ਇੱਕ ਟਰਾਂਸਪੇਰੈਂਟ ਜਾਂ ਟੈਂਕ ਲੈ ਲੈਂਦੇ ਨੇ ਹਨਾ ਇਦਾਂ ਦਾ, ਫਿਰ ਉਹਦੇ ਅੰਦਰ ਫਿਸ਼ ਵਗੈਰਾ ਛੱਡੀਆਂ ਜਾਂਦੀਆਂ ਨੇ ਹਨਾ, ਕਾਫੀ ਕੁਝ ਹੁੰਦਾ ਹੈ ਜਿਹਨੂੰ ਅਸੀਂ ਆਮ ਸ਼ਬਦਾਂ ਦੇ ਵਿੱਚ ਬੋਲ ਦਿੰਦੇ ਹਾਂ ਐਕੁਆਰੀਅਮ। ਐਕੁਆਰੀਅਮ, ਠੀਕ ਹੈ, ਇਹਨੂੰ ਨੋਟ ਕਰ ਲਓ। ਸੋ ਐਕੁਆਰੀਅਮ ਕੀ ਹੈ ਜੀ? ਸਾਡਾ ਆਰਟੀਫੀਸ਼ੀਅਲ ਜਾਂ ਕਹ ਲਓ ਮੈਨ ਮੇਡ ਇਕੋਸਿਸਟਮ ਹੈ। ਉਹਦੇ ਵਿੱਚ ਅਸੀਂ ਸਾਰਾ ਕੁਝ ਉਦਾਂ ਦਾ ਬਣਾ ਲੈਂਦੇ ਹਾਂ। ਸੋ ਇਹ ਕੁਐਸਚਨ ਬਣ ਸਕਦਾ ਆਪਾਂ ਨੂੰ ਪੇਪਰ ਦੇ ਵਿੱਚ ਕਿ ਇੱਕ ਮੈਨ ਮੇਡ ਇਕੋਸਿਸਟਮ ਦੀ ਐਗਜ਼ਾਮਪਲ ਦਿਓ, ਤਾਂ ਐਕੁਆਰੀਅਮ ਜਿਹੜਾ ਹੈਗਾ ਉਹ ਬੈਸਟ ਐਗਜ਼ਾਮਪਲ ਹੈ ਉਹਦੀ। ਹੁਣ ਨੈਚੁਰਲ ਜਿਹੜੇ ਹੈਗੇ ਨੇ ਫਿਰ 2 ਹੋ ਗਏ, ਇੱਕ ਟੈਰੇਸਟਰੀਅਲ ਮਤਲਬ ਥਲੀ। ਥਲੀ ਨੂੰ ਮੈਂ ਜ਼ਮੀਨੀ ਵੀ ਬੋਲ ਸਕਦਾ ਨਾ, ਵੀ ਜਿਹੜੇ ਜ਼ਮੀਨ ਤੇ ਰਹਿੰਦੇ ਨੇ, ਪਾਣੀ 'ਚ ਨਹੀਂ ਰਹਿੰਦੇ, ਜ਼ਮੀਨ ਤੇ ਰਹਿੰਦੇ ਨੇ। ਇੱਕ ਐਕਿਓਟਿਕ, ਐਕਿਓਟਿਕ ਦਾ ਮਤਲਬ ਹੁੰਦਾ ਜੀ ਜਲੀ। ਤਾਂ ਹੁਣ ਦੇਖੋ ਜਿਹੜੇ ਜ਼ਮੀਨ ਵਾਲੇ ਨੇ ਉਹ ਫਰਦਰ 3 ਪ੍ਰਕਾਰ ਦੇ ਹੋ ਗਏ ਇਕੋਸਿਸਟਮ। ਜਿਵੇਂ ਜ਼ਮੀਨ ਤੇ ਦੇਖੋ ਜੰਗਲਾਂ ਵਾਲਾ ਹੋ ਸਕਦਾ ਜੀ, ਫੋਰੈਸਟ, ਜਿਵੇਂ ਜੰਗਲਾਂ ਦੇ ਵਿੱਚ ਇਕੋਸਿਸਟਮ ਬਣਦਾ ਹੈ ਨਾ, ਇੱਕ ਜੰਗਲ ਹੈ ਮਤਲਬ ਪ੍ਰੋਪਰ ਇਕੋਸਿਸਟਮ ਹੋ ਗਿਆ। ਜਿਵੇਂ ਸ਼ਾਇਦ ਆਈ ਥਿੰਕ ਬ੍ਰਾਜ਼ੀਲ ਦਾ ਐਮਾਜ਼ੋਨ ਜੰਗਲ ਸ਼ਾਇਦ ਤੁਸੀਂ ਸੁਣਿਆ ਹੋਵੇ, ਇਹ ਸ਼ਾਪਿੰਗ ਵਾਲਾ ਐਮਾਜ਼ੋਨ ਨਹੀਂ ਹੈਗਾ, ਐਮਾਜ਼ੋਨ ਜੰਗਲ ਹੁੰਦੇ ਨੇ, ਉਹ ਪ੍ਰੋਪਰ ਇੱਕ ਇਕੋਸਿਸਟਮ ਹੈ। ਇਸ ਤੋਂ ਇਲਾਵਾ ਗ੍ਰਾਸਲੈਂਡ, ਜਿੱਥੇ ਕੱਲੇ ਘਾਹ ਦਾ ਹੀ ਮੈਦਾਨ ਹੋਵੇ ਜੀ, ਉਹ ਵੀ ਇਕੋਸਿਸਟਮ ਬਣ ਸਕਦਾ ਹੈ। ਡੈਜ਼ਰਟ ਮਾਰੂਥਲ ਵੀ ਇਕੋਸਿਸਟਮ ਬਣ ਸਕਦਾ ਹੈ, ਜਿਵੇਂ ਥਾਰ ਮਾਰੂਥਲ ਜਿਹੜਾ ਹੈਗਾ ਉਹ ਕਾਫੀ ਮਸ਼ਹੂਰ ਹੈਗਾ ਹਨਾ। ਸਿਮਿਲਰਲੀ ਐਕੁਆਟਿਕ 2 ਪ੍ਰਕਾਰ ਦੇ ਹੁੰਦੇ ਨੇ, ਇੱਕ ਮਰਾਈਨ, ਮਰਾਈਨ ਦਾ ਮਤਲਬ ਸਮੁੰਦਰੀ, ਜਿਵੇਂ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈਗਾ, ਮਰਾਈਨ ਦਾ ਭਾਵ ਇੱਥੇ ਸਮੁੰਦਰ ਤੋਂ ਹੈ। ਇੱਕ ਹੋ ਗਿਆ ਫਰੈਸ਼ ਵਾਟਰ ਇਕੋਸਿਸਟਮ। ਸੋ ਜਿਹੜੇ ਫਰੈਸ਼ ਵਾਟਰ ਇਕੋਸਿਸਟਮ ਹੈ ਤਾਂ ਆਪਾਂ ਦੇਖਦੇ ਹਾਂ, ਜਿਵੇਂ ਕੋਈ ਆਪਣਾ ਲੇਕ ਹੋ ਗਈ ਹੈ ਨਾ, ਰਿਵਰ ਹੋ ਗਈ, ਤਾਂ ਉੱਥੇ ਮਤਲਬ ਜੋ ਸਿਸਟਮ ਬਣਦਾ ਉਹ ਫਰੈਸ਼ ਵਾਟਰ ਇਕੋਸਿਸਟਮ ਹੋ ਗਿਆ। ਤਾਂ ਮਰਾਈਨ ਜਿਹੜਾ ਸਮੁੰਦਰੀ ਹੈ ਜੀ, ਇੱਕ ਬੜਾ ਫੇਮਸ ਹੈਗਾ, ਨੋਟ ਕਰ ਲਓ, 2 ਵਾਰ ਕੁਐਸਚਨ ਆਪਾਂ ਨੂੰ ਆ ਚੁੱਕਾ ਇਹ, ਕੋਰਲ ਰੀਫ। ਇਹਨੂੰ ਯਾਦ ਰੱਖਣਾ, ਇਹ ਇੱਕ ਤਰ੍ਹਾਂ ਦਾ ਮਰਾਈਨ ਇਕੋਸਿਸਟਮ ਹੈ, ਮਰਾਈਨ ਐਕਿਓਟਿਕ ਇਕੋਸਿਸਟਮ। ਸੋ ਮੈਂ ਥੋੜਾ ਰਿਪੀਟ ਕਰ ਦੇਣਾ, ਇਕੋਸਿਸਟਮ ਪਰਿਸਥਿਤਿਕ ਪ੍ਰਬੰਧ ਦੇ ਕੁਝ ਪ੍ਰਕਾਰ ਹੁੰਦੇ ਨੇ, ਨੈਚੁਰਲ, ਫਿਰ ਆਰਟੀਫੀਸ਼ੀਅਲ। ਕੁਦਰਤੀ ਭਾਵ ਉਹਦੇ ਵਿੱਚ ਮਨੁੱਖ ਨੇ ਕੁਝ ਨਹੀਂ ਕੀਤਾ, ਆਪਣੇ ਆਪ ਬਣਿਆਗਾ। ਬਨਾਵਟੀ ਐਕੁਆਰੀਅਮ ਦੀ ਐਗਜ਼ਾਮਪਲ ਲਈ ਹੈ ਮੈਂ, ਜਿਹੜਾ ਕਿਸੇ ਪਰਸਨ ਨੇ ਬਣਾਇਆਗਾ। ਨੈਚੁਰਲ ਫਿਰ 2 ਤਰ੍ਹਾਂ ਦੇ ਹੋ ਗਏ, ਜਲੀ ਅਤੇ ਥਲੀ। ਤਾਂ ਥਲੀ ਦੇ ਵਿੱਚ 3 ਪ੍ਰਕਾਰ ਦੇ ਆ ਜਾਂਦੇ ਨੇ ਅੱਗੇ ਇਕੋਸਿਸਟਮ, ਫੋਰੈਸਟ ਤੋਂ ਬਣ ਸਕਦਾ ਹੈ, ਘਾਹ ਦੇ ਮੈਦਾਨ, ਮਾਰੂਥਲ ਤੋਂ ਬਣ ਸਕਦਾ ਹੈ। ਐਕੁਆਟਿਕ ਦੇ ਵਿੱਚ ਮਤਲਬ ਪਾਣੀ ਦੇ ਵਿੱਚ 2 ਤਰ੍ਹਾਂ ਦੇ ਬਣ ਸਕਦੇ ਨੇ, ਸਮੁੰਦਰ ਦੇ ਵਿੱਚ ਤੇ ਸਾਫ਼ ਪਾਣੀ ਦੇ ਵਿੱਚ। ਤਾਂ ਸਾਫ਼ ਪਾਣੀ ਵਾਲੇ ਤਾਂ ਨਾਰਮਲੀ ਦੇਖਦੇ ਆ। ਸਮੁੰਦਰੀ ਇਕੋਸਿਸਟਮ, ਮਰਾਈਨ ਇਕੋਸਿਸਟਮ ਕਿਉਂ ਜ਼ਿਆਦਾ ਮਸ਼ਹੂਰ ਹੈ ਜੀ? ਕੋਰਲ ਰੀਫ, ਕਿਉਂਕਿ ਇੱਥੇ ਬਹੁਤ ਜ਼ਿਆਦਾ ਬਾਇਓਡਾਇਵਰਸਿਟੀ ਪਾਈ ਜਾਂਦੀ ਹੈ, ਵਿਭਿੰਨ ਪ੍ਰਕਾਰ ਦੇ ਚੀਜ਼ਾਂ, ਚਾਹੇ ਉਹ ਜੀਵ ਹੋਣ ਚਾਹੇ ਪਲਾਂਟਸ ਹੋਣ, ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਮਰਾਈਨ ਇਕੋਸਿਸਟਮ ਦੇ ਵਿੱਚ। ਦੈਟਸ ਵਾਈ ਇਟ ਇਜ਼ ਮੋਰ ਫੇਮਸ। ਹਾਂਜੀ, ਹੁਣ ਤੁਹਾਨੂੰ ਇਹ ਪ੍ਰੀਵੀਅਸ ਈਅਰ ਕੁਐਸਚਨ ਦੱਸਣਗੇ ਕਿ ਕਿਉਂ ਮੈਂ ਇੰਨਾ ਮੱਥਾ ਮਾਰ ਕੇ ਤੁਹਾਨੂੰ ਪਹਿਲੀਆਂ 4 ਸਲਾਈਡ ਦੇ ਵਿੱਚ ਸਾਰਾ ਕੁਝ ਸਮਝਾਇਆ ਇਕੋਲੋਜੀ ਦਾ ਤੇ ਇਕੋਸਿਸਟਮ ਦਾ। ਹਾਲਾਂਕਿ ਮੈਂ ਸਿਰਫ 5 ਹੀ MCQ ਲੈਣਾ ਹੁੰਨਾਗਾ, 4 ਜਾਂ 5 ਜ਼ਿਆਦਾ ਨਹੀਂ ਲਏ ਹੋਏ। ਬਾਕੀ ਆਪਾਂ ਅਲੱਗ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਅਦਰਵਾਈਜ਼ ਵੀਡੀਓ ਬਹੁਤ ਲੰਬੀ ਹੋ ਜਾਏਗੀ। ਸੋ ਅੱਗੇ ਆਪਾਂ ਨੇਮ ਦਾ ਸਾਇੰਟਿਸਟ ਹੂ ਕੋਇਨਡ ਦਾ ਟਰਮ ਇਕੋਲੋਜੀ। ਕਹਿੰਦੇ ਉਸ ਮਸ਼ਹੂਰ ਵਿਗਿਆਨੀ ਦਾ ਨਾਮ ਦੱਸੋ ਜਿਸ ਨੇ ਇਕੋਲੋਜੀ ਸ਼ਬਦ ਦੀ ਇਜਾਦ ਵਾਤਾਵਰਣ ਵਿਗਿਆਨ ਦੇ ਵਿਸ਼ੇ ਲਈ ਕੀਤੀ। ਤਾਂ ਆਪਾਂ ਹੁਣੀ ਪੜਿਆ ਦੇਖੋ ਹਨਾ। ਸੋ ਕੀ ਪੜਿਆ ਇਹਦੇ ਵਿੱਚ ਆਪਾਂ? ਐਲਬਰਟ ਆਇਨਸਟਾਈਨ ਵੈਸੇ ਬਹੁਤ ਮਸ਼ਹੂਰ ਸਾਇੰਟਿਸਟ ਸੀਗੇ, ਪਰ ਇਹਦੇ ਨਾਲ ਨਹੀਂ ਜੁੜੇ ਹੋਏ ਸੀ ਇਕੋਲੋਜੀ ਨਾਲ। ਮੈਂਡਲ ਆ ਗਿਆ, ਦੇਖੋ ਮੈਂਡਲ ਦਾ ਆਪਣਾ ਜੈਨੇਟਿਕਸ ਹੈਰੀਡਿਟੀ ਆਪਾਂ CDP ਦੇ ਵਿੱਚ ਪੜਿਆ ਹੋਇਆ, ਹੈਰੀਡਿਟੀ ਦੇ ਵਿੱਚ ਉਹਦੇ ਨਾਲ ਜੁੜਿਆ ਹੋਇਆ ਹੈਗਾ। ਡਾਰਵਿਨ ਵੀ ਥੋੜੇ ਪੰਛੀਆਂ ਨਾਲ ਜੁੜੇ ਹੋਏ ਨੇ। ਤਾਂ ਇਹਦੇ ਵਿੱਚ ਇਕੋਲੋਜੀ ਸ਼ਬਦ ਨੂੰ ਕਿਹਨੇ ਕੁਆਇਨ ਕੀਤਾ? ਤਾਂ ਉੱਥੇ ਨਾਮ ਕੀ ਆਊਗਾ ਸਾਡਾ? ਅਰਨਸਟ ਹੈਕਲ। ਠੀਕ ਹੈ, ਸੋ ਆਪਸ਼ਨ A ਇਜ਼ ਦਾ ਕਰੈਕਟ ਆਂਸਰ ਫॉर क्वेश्चन नंबर 1. Now move to the question number 2. So question number 2 ਕੀ ਹੈ ਜੀ? The science that deals with the relationship of various organisms with their environment is known as. ਕਹਿੰਦੇ ਉਹ ਵਿਗਿਆਨ ਜਿਹੜਾ ਕਿ ਵੱਖ-ਵੱਖ ਜੀਵਾਂ ਦਾ ਉਹਨਾਂ ਦੇ ਪਰਿਆਵਰਨ ਮਤਲਬ ਵਾਤਾਵਰਨ ਨਾਲ ਸੰਬੰਧ ਦੱਸਦਾ ਹੈ, ਉਹਨੂੰ ਕੀ ਬੋਲਦੇ ਹਾਂ ਅਸੀਂ? ਠੀਕ ਹੈ, ਸੋ ਇਹੀ ਤਾਂ ਸਾਡਾ ਟੌਪਿਕ ਸੀਗਾ ਹਨਾ, ਇਹੀ ਤਾਂ ਸਾਡਾ ਮੇਨ ਟੌਪਿਕ ਸੀ। ਸੋ ਇਹਨੂੰ ਕੀ ਬੋਲਦੇ ਹਾਂ ਅਸੀਂ? ਪਰਿਆਵਰਨ ਪ੍ਰਬੰਧ। ਪਰਿਆਵਰਨ ਪ੍ਰਬੰਧ ਜਾਂ ਇੰਗਲਿਸ਼ ਦੇ ਵਿੱਚ ਇਹਨੂੰ ਕੀ ਬੋਲਾਂਗੇ ਅਸੀਂ? ਇਕੋਲੋਜੀ, ਜੋ ਕਿ ਵੱਖ-ਵੱਖ ਜੀਵਾਂ ਦਾ, ਵੱਖ-ਵੱਖ ਆਰਗੇਨਿਜ਼ਮ ਦਾ ਉਹਨਾਂ ਦੇ ਵਾਤਾਵਰਨ ਦੇ ਨਾਲ ਸੰਬੰਧ ਦੱਸਦਾ ਹੈਗਾ। ਸੋ ਦਾ ਆਂਸਰ ਫॉर द क्वेश्चन नंबर 2 इज ऑप्शन C. So the question number 3, which of the following is a biotic component of an ecosystem? ecosystem ਦਾ ਬਾਇਓਟਿਕ ਕੰਪੋਨੈਂਟ ਕਿਹੜਾ? ਬਾਇਓਟਿਕ ਦਾ ਭਾਵ ਕਿ ਜੈਵਿਕ, ਜੈਵਿਕ ਕਿਹੜਾ? ਲਿਵਿੰਗ ਕਿਹੜਾ ਹੈ ਨਾ? ਫੰਜਾਈ, ਉੱਲੀ ਲਿਵਿੰਗ ਹੈ ਜੀ। ਉਸ ਤੋਂ ਬਾਅਦ ਇਜ਼ ਅ ਬਾਇਓਟਿਕ ਹੈ ਨਾ, ਇਹਨਾਂ ਨੇ ਜਿਹੜਾ ਹੈਗਾ ਜੈਵਿਕ ਹੀ ਪੁੱਛਿਆ ਕਿ ਕਿਹੜਾ ਲਿਵਿੰਗ ਹੈ।
ਸੋ ਪਹਿਲੀ ਆਪਸ਼ਨ ਮੈਨੂੰ ਮਿਲ ਗਈ ਫੰਜਾਈ, ਉੱਲੀ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਏ। ਇੱਕ ਵਾਰ ਬਾਕੀ ਪੜ੍ਹ ਲੈਨੇ ਆ। ਵਿੰਡ, ਹਵਾ, ਇਹ ਤਾਂ ਅਬਾਇਓਟਿਕ ਹੈ, ਅਜੈਬਿਕ ਹੈ। ਸਨਲਾਈਟ ਵੀ ਨਹੀਂ ਹੈਗਾ ਬਾਇਓਟਿਕ, ਟੈਂਪਰੇਚਰ ਐਂਡ ਵਾਟਰ ਇਹ ਵੀ ਨਹੀਂ ਹੈਗੇ। ਸੋ ਬਾਇਓਟਿਕ ਕੰਪੋਨੈਂਟ ਕਿਹੜਾ ਹੋਣਾ ਸੀਗਾ? ਆਪਸ਼ਨ ਏ, ਫੰਜਾਈ, ਉੱਲੀ। Question number 4, which of the following marine ecosystem are very rich in biodiversity? ਕਹਿੰਦੇ ਜੈਵਿਕ ਵਿਭਿੰਨਤਾ ਦੇ ਪੱਖੋਂ ਕਿਹੜਾ ਸਮੁੰਦਰੀ ਜਿਹੜਾ ਪਰਿਸਥਿਤਿਕ ਪ੍ਰਬੰਧ ਹੈਗਾ ਉਹ ਬਹੁਤ ਧਨੀ ਹੈ, ਮਤਲਬ ਬਹੁਤ ਜ਼ਿਆਦਾ ਉੱਥੇ ਬਾਇਓਡਾਇਵਰਸਿਟੀ ਮਿਲਦੀ ਹੈ। ਸੋ ਆਪਾਂ ਨੂੰ ਲੈਗੂਨ, ਸਾਲਟ ਮਾਰਸ਼, ਕੋਰਲ ਰੀਫ, ਇੰਟਰਟਾਈਡਲ ਜ਼ੋਨਸ, ਠੀਕ ਹੈ, 4 ਆਪਸ਼ਨ ਦਿੱਤੇ ਹੋਏ ਨੇ। ਸੋ ਆਪਾਂ ਹੁਣੀ ਪੜ੍ਹ ਕੇ ਹਟੇ ਆ ਕਿ ਸਮੁੰਦਰ ਦੇ ਵਿੱਚ ਮਰਾਈਨ ਕਿਹੜਾ ਇਕੋਸਿਸਟਮ ਹੈ ਜਿੱਥੇ ਬਹੁਤ ਜ਼ਿਆਦਾ ਬਾਇਓਡਾਇਵਰਸਿਟੀ ਮਿਲਦੀ ਹੈ, ਉਹਦਾ ਨਾਮ ਹੈਗਾ ਜੀ ਕੋਰਲ ਰੀਫ। So the option C is correct for question number 4. ਹਾਂਜੀ, question number 5। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੇ ਕੁਐਸਚਨ ਬੜੇ ਸੌਖੇ ਲੱਗ ਰਹੇ ਹੋਣਗੇ ਕਿਉਂਕਿ ਆਪਾਂ ਸਭ ਕੁਝ ਸਮਝ ਲਿਆ ਹੋਇਆਗਾ। ਸੋ ਅਗਰ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਵੀਡੀਓ ਨੂੰ ਵੱਧ ਤੋਂ ਵੱਧ, ਇਸ ਫ੍ਰੀ ਐਜੂਕੇਸ਼ਨ ਨੂੰ ਵੱਧ ਤੋਂ ਵੱਧ ਆਪਣੇ ਸਾਥੀਆਂ ਤੱਕ ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅਤੇ ਜੋ ਤੁਹਾਡੇ ਤੋਂ ਪੁੱਛਿਆ ਜਾਂਦਾ ਉਹ ਜ਼ਰੂਰ ਦੱਸਿਆ ਕਰੋ। The highest level of ecological hierarchies, ਕਹਿੰਦੇ ਪਰਿਸਥਿਤਿਕ ਮੰਡਲ ਜਿਹੜਾ ਆਪਾਂ ਪੜਿਆ ਸੀ ਉਹਦਾ ਸਭ ਤੋਂ ਉੱਪਰਲਾ ਪੱਧਰ ਕਿਹੜਾ ਗਾ? ਸੋ ਦੇਖੋ ਮੈਂ ਉੱਥੇ ਪੂਰੀ 7 ਲੈਵਲ ਤੁਹਾਨੂੰ ਦੱਸੇ ਸੀਗੇ, ਜਿੱਥੇ ਇੰਡੀਵਿਜੂਅਲ ਆਰਗੇਨਿਜ਼ਮ ਤੋਂ ਆਪਾਂ ਸ਼ੁਰੂ ਕੀਤਾ ਸੀਗਾ। ਸੋ ਹੁਣ ਤੁਸੀਂ ਮੈਨੂੰ ਦੱਸੋਗੇ ਕਿ ਇਕੋਲੋਜੀਕਲ ਹਾਇਰਾਰਕੀ ਦਾ ਸਭ ਤੋਂ ਪਰਿਸਥਿਤਿਕ ਮੰਡਲ ਦਾ ਸਭ ਤੋਂ ਉੱਪਰਲਾ ਹਾਈਐਸਟ ਲੈਵਲ ਕਿਹੜਾ ਗਾ? ਇਕੋਸਿਸਟਮ ਹੈ ਜਾਂ ਬਾਇਓਸਫੀਅਰ ਹੈ ਜਾਂ ਬਾਇਓਮ ਹੈ ਜਾਂ ਲੈਂਡਸਕੇਪ ਹੈ, ਕਿਹੜਾ ਆਪਸ਼ਨ ਆਊਗਾ? ਏ, ਬੀ, ਸੀ ਜਾਂ ਫਿਰ ਡੀ? ਦੇਖੋ ਪਹਿਲਾਂ ਇੱਥੇ ਏ ਲਿਖਣਾ ਸੀ, ਇਹਨਾਂ ਨੇ ਡੀ ਲਿਖਤਾ। ਸੋ ਇਹਦਾ ਆਨਸਰ ਜੋ ਹੈਗਾ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਆਪ ਦਿਓਗੇ। ਸੋ ਇਹ ਸੀ ਆਪਣੀ ਅੱਜ ਦੀ ਕਲਾਸ ਜੀ। ਸੋ ਦੈਟਸ ਆਲ ਫॉर ਟੁਡੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।